हाँ जी, good evening to all of you. Good evening, Dr. Saab, गुड इवनिंग जी। and welcome back to the Herbal Earth. ਤੇ ਵੈਲਕਮ ਕਰਦੇ ਹਾਂ ਆਪਾਂ ਡਾਕਟਰ ਸਾਹਿਬ ਜੀ ਦਾ ਵੀ, ਡਾਕਟਰ ਜੇ.ਐਸ. ਵਿਰਕ ਜੀ, MBBS, FAMS, FCGP, PGD, GM ਫਗਵਾੜਾ ਤੋਂ ਸਾਡੇ ਨਾਲ ਅੱਜ ਫੇਰ ਇੱਕ ਬਹੁਤ ਹੀ ਕੀਮਤੀ ਟੌਪਿਕ ਲੈ ਕੇ ਤੇ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹਨ। ਤੇ ਜਿਹੜਾ ਅੱਜ ਦਾ ਟੌਪਿਕ ਹੈਗਾ ਬਹੁਤ ਹੀ ਕਾਮਨ ਤੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਆ ਇੱਕ ਇਨਫੋਰਮੇਟਿਵ ਟੌਪਿਕ ਹੈਗਾ, ਕਿਉਂਕਿ ਕੋਲੇਸਟ੍ਰੋਲ ਦੀ ਪ੍ਰੋਬਲਮ ਜਿਹੜੀ ਅੱਜ ਕੱਲ ਬਹੁਤ ਸਾਰੇ ਜਾਣਿਆਂ ਨੂੰ ਹੈਗੀ, ਲੇਕਿਨ ਇਹਦੀ ਪਹਿਚਾਣ ਕੀ ਹੈਗੀ ਆ ਔਰ ਇਹ ਕਿਉਂ ਹੁੰਦਾ ਆ ਜਾਂ ਕਿਹੜੀਆਂ ਚੀਜ਼ਾਂ ਤੋਂ ਸਾਨੂੰ ਪਤਾ ਲੱਗੇ ਕਿ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਜਾਂ ਨਹੀਂ, ਔਰ ਕਿਹੜੀ ਲਾਈਫ ਸਟਾਈਲ ਨੂੰ ਅਪਣਾਉਣਾ ਚਾਹੀਦਾ। ਡਾਕਟਰ ਸਾਹਿਬ ਸਾਨੂੰ ਨਾਲ ਇਹ ਸਾਰੀਆਂ ਚੀਜ਼ਾਂ ਸਾਂਝੀਆਂ ਕਰਨਗੇ। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਆ ਕੋਲੇਸਟ੍ਰੋਲ ਯੂਅਰ ਫਰੈਂਡ ਔਰ ਫੋਏ, ਇਸ ਟੌਪਿਕ ਇਸ ਵਿਸ਼ੇ ਤੇ ਡਾਕਟਰ ਸਾਹਿਬ ਪਹਿਲਾਂ ਸਾਨੂੰ ਰੂਬਰੂ ਕਰਾਉਗੇ ਕਿ ਜਿਹੜਾ ਕੋਲੇਸਟ੍ਰੋਲ ਆ ਇਹ ਫਰੈਂਡ ਔਰ ਜਿਹੜਾ ਸਾਡਾ ਦੁਸ਼ਮਣ ਜਾਂ ਦੋਸਤ, ਇਹਦੇ ਚ ਕੀ ਫਰਕ ਹੈਗਾ ਔਰ ਅਸਲ ਦੇ ਵਿੱਚ ਇਹ ਸਾਡਾ ਕੀ ਹੈਗਾ ਆ। ਸੋ ਆਪਾਂ ਵੈਲਕਮ ਕਰਦੇ ਹਾਂ ਡਾਕਟਰ ਸਾਹਿਬ ਦਾ। ਵੈਲਕਮ ਡਾਕਟਰ ਸਾਹਿਬ ਥੈਂਕ ਯੂ ਜੀ। ਜੀ। ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ, ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਅੱਜ ਦਾ ਵਿਸ਼ਾ ਹੈ ਕੋਲੇਸਟ੍ਰੋਲ ਸਾਡਾ ਦੁਸ਼ਮਣ ਜਾਂ ਸਾਡਾ ਦੋਸਤ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਬਹੁਤੇ ਲੋਕ ਕੋਲੇਸਟ੍ਰੋਲ ਨੂੰ ਬਹੁਤ ਬੁਰੀ ਨਿਗਾਹ ਨਾਲ ਦੇਖਦੇ ਆ ਔਰ ਕੋਲੇਸਟ੍ਰੋਲ ਨੂੰ ਹੀ ਸਮਝਦੇ ਆ ਕਿ ਇਹੀ ਸਾਡਾ ਦੁਸ਼ਮਣ ਹੈ। ਪਰ ਅੱਜ ਆਪਾਂ ਡਿਸਕਸ ਕਰਾਂਗੇ ਕਿ ਇਹ ਕਿੰਨਾ ਕੁ ਸਾਡਾ ਦੁਸ਼ਮਣ ਹੈ ਔਰ ਕੀ ਇਹ ਸਾਡਾ ਦੋਸਤ ਵੀ ਹੈ। ਡਾਕਟਰ ਡੇਵਿਡ ਪਰਲਮੁਟਰ ਨਿਊਰੋਲੋਜਿਸਟ ਆ ਅਮਰੀਕਾ ਦੇ ਵਿੱਚ, ਉਹ ਕਹਿੰਦੇ ਆ ਕਿ ਸਾਡੇ ਬ੍ਰੇਨ ਦੇ ਲਈ, ਸਾਡੇ ਦਿਮਾਗ ਦੇ ਲਈ, ਉਹਦੀ ਹੈਲਥ ਦੇ ਲਈ ਸਿਰਫ ਦੋ ਤਰ੍ਹਾਂ ਦੀ ਫੈਟ ਜਿਹੜੀ ਚਰਬੀ ਆ ਉਹ ਜ਼ਰੂਰੀ ਹੈ। ਇੱਕ ਕੋਲੇਸਟ੍ਰੋਲ ਤੇ ਦੂਜੀ ਸੈਚੂਰੇਟਡ ਫੈਟ। ਔਰ ਇਹ ਦੋਨੋਂ ਹੀ ਚੀਜ਼ਾਂ ਸਾਡੇ ਕਾਮਨ ਮਤਲਬ ਮੈਡੀਕਲ ਹਿਸਟਰੀ ਦੇ ਵਿੱਚ ਬੈਂਡ ਆ। ਡਾਕਟਰਸ ਦੋਨਾਂ ਚੀਜ਼ਾਂ ਨੂੰ ਕਹਿੰਦੇ ਆ ਕਿ ਇਹ ਤੁਹਾਨੂੰ ਨਹੀਂ ਲੈਣੀਆਂ ਚਾਹੀਦੀਆਂ, ਤੁਹਾਨੂੰ ਨਹੀਂ ਖਾਣੀਆਂ ਚਾਹੀਦੀਆਂ ਔਰ ਤੁਹਾਡੇ ਲਈ ਇਹ ਬਹੁਤ ਘਾਤਕ ਹੈਗੀਆਂ ਆ। ਔਰ ਇੰਨੀਆਂ ਇੰਪੋਰਟੈਂਟ ਚੀਜ਼ਾਂ ਹੋਣ ਔਰ ਉਹਨਾਂ ਨੂੰ ਤੁਸੀਂ ਇੱਕਦਮ ਹੀ ਕਹਿ ਦਿਓ ਕਿ ਇਹ ਤੁਹਾਡੇ ਲਈ ਬਹੁਤ ਘਾਤਕ ਆ, ਇਹ ਕਿੱਥੋਂ ਤੱਕ ਸਹੀ ਆ, ਇਹ ਆਪਾਂ ਅੱਜ ਡਿਸਕਸ ਕਰਾਂਗੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਕੋਲੇਸਟ੍ਰੋਲ ਕੀ ਹੈਗੀ ਆ। ਕੋਲੇਸਟ੍ਰੋਲ ਇੱਕ ਮੋਮ ਜਿਹੀ ਫੈਟ ਹੈ, ਚਰਬੀ ਹੈ। ਇਹ ਜਿਹੜੀ ਕਿ ਹਰ ਇੱਕ ਸੈੱਲ, ਜਿਹੜਾ ਸਾਡੀ ਬੋਡੀ ਦੇ ਹਰ ਇੱਕ ਸੈੱਲ ਹੈ ਉਹਦੇ ਵਿੱਚ ਹੈ। ਉਹਦੀ ਜਿਹੜੀ ਸੈੱਲ ਵਾਲ ਹੈ ਉਹਦੇ ਵਿੱਚ ਕੋਲੇਸਟ੍ਰੋਲ ਦਾ ਹਿੱਸਾ ਹੈ। ਇੰਨੀ ਜ਼ਰੂਰੀ ਹੈ ਕਿ ਸਾਡੇ ਹਰ ਸੈੱਲ ਦੇ ਵਿੱਚ ਕੋਲੇਸਟ੍ਰੋਲ ਮੌਜੂਦ ਹੈਗੀ ਆ। ਉਹਦੇ ਤੋਂ ਬਿਨਾ ਸਾਡਾ ਕੋਈ ਵੀ ਸੈੱਲ ਜਿਹੜਾ ਹੈ ਉਹ ਬਣਦਾ ਨਹੀਂ ਹੈ। ਤੁਹਾਡੀ ਬੋਡੀ ਦੇ ਲਈ ਇਹ ਕੋਲੇਸਟ੍ਰੋਲ ਚਾਹੀਦੀ ਆ। ਕਾਹਦੇ ਲਈ? ਕਈ ਤਰ੍ਹਾਂ ਦੇ ਹਾਰਮੋਨਸ ਹੈਗੇ ਆ। ਹਾਰਮੋਨਸ ਕਿਹੜੇ ਆ? ਜਿਹੜੇ ਵਾਈਟਲ ਹਾਰਮੋਨਸ ਹੈਗੇ ਆ, ਜਿਹੜੇ ਕਿ ਸੈਕਸ ਹਾਰਮੋਨਸ ਹੈਗੇ ਆ। ਕਿਹੜੇ ਕਿਹੜੇ ਆ? ਐਸਟ੍ਰੋਜਨ ਹੈਗਾ ਆ, ਪ੍ਰੋਜੈਸਟਰੋਨ ਹੈਗਾ ਆ, ਟੈਸਟੋਸਟਰੋਨ ਹੈਗਾ ਆ, ਸਾਡੇ ਸਟੀਰੋਇਡ ਹਾਰਮੋਨਸ ਹੈਗੇ ਆ, ਜਿਹੜੇ ਸਾਡੇ ਸਟ੍ਰੈਸ ਹਾਰਮੋਨਸ ਹੈਗੇ ਆ ਜਿੰਨੇ ਵੀ, ਔਰ ਵਿਟਾਮਿਨ ਡੀ ਜਿਹੜਾ ਹੈਗਾ ਉਹ ਇਹਦੇ ਤੋਂ ਬਣਦਾ ਹੈਗਾ ਆ। ਔਰ ਇਹੀ ਜਿਹੜੀ ਕੋਲੇਸਟ੍ਰੋਲ ਹੈ ਸਾਡੇ ਫੂਡ ਨੂੰ ਡਾਈਜੈਸਟ ਕਰਨ ਦੇ ਵਿੱਚ ਬਾਈਲ ਸਾਲਟ ਤੇ ਬਾਈਲ ਪਿਗਮੈਂਟਸ ਦੇ ਥਰੂ ਵੀ ਹੈਲਪ ਕਰਦੀ ਹੈਗੀ ਆ। ਕਿੰਨੀ ਵਾਈਟਲੀ ਇੰਪੋਰਟੈਂਟ ਇਹ ਕੋਲੇਸਟ੍ਰੋਲ ਸਾਡੇ ਲਈ ਹੈਗੀ ਆ। ਔਰ ਬੇਸ਼ੱਕ ਤੁਸੀਂ ਬਾਹਰੋਂ ਕੋਈ ਵੀ ਕੋਲੇਸਟ੍ਰੋਲ ਨਾ ਲਓ, ਜਿੰਨੀ ਕੋਲੇਸਟ੍ਰੋਲ ਤੁਹਾਡੇ ਸਰੀਰ ਨੂੰ ਚਾਹੀਦੀ ਆ ਉਹ ਤੁਹਾਡੀ ਬੋਡੀ ਬਣਾਉਣ ਦੇ ਲਈ ਸક્ષਮ ਹੈਗੀ ਆ। ਉਹ ਸਾਰੀ ਦੀ ਸਾਰੀ ਜਿਹੜੀ ਕੋਲੇਸਟ੍ਰੋਲ ਹੈ ਉਹ ਤੁਹਾਡੀ ਬੋਡੀ ਬਣਾ ਲੈਂਦੀ ਹੈਗੀ ਆ। ਤਕਰੀਬਨ 2 ਗ੍ਰਾਮ ਡੇਲੀ ਤੁਹਾਡਾ ਲਿਵਰ ਜਿਹੜਾ ਹੈਗਾ ਆ ਉਹ ਕੋਲੇਸਟ੍ਰੋਲ ਬਣਾਉਂਦਾ ਹੈਗਾ ਆ। ਸੋ ਇੰਨੀ ਵਾਈਟਲੀ ਇੰਪੋਰਟੈਂਟ ਚੀਜ਼ ਹੈਗੀ ਆ ਜਿਹਨੂੰ ਤੁਸੀਂ ਇੱਕਦਮ ਨਕਾਰ ਰਹੇ ਹੋ। ਕੋਲੇਸਟ੍ਰੋਲ ਜਿਹੜੀ ਆ ਇਹ ਜਿਹੜੇ ਐਨੀਮਲ ਸੋਰਸਸ ਹੈ ਉਹਨਾਂ ਚੋਂ ਵੀ ਮਿਲਦੀ ਹੈਗੀ ਆ। ਜਿੱਦਾਂ ਕਿ ਤੁਸੀਂ ਐਗ ਯੋਕ ਲੈਨੇ ਆ,
ਐਗ ਦੇ ਵਿੱਚ ਪੀਲਾ ਜਿਹੜਾ ਹਿੱਸਾ ਹੁੰਦਾ ਉਹਦੇ ਵਿੱਚ ਵੀ ਕੋਲੇਸਟ੍ਰੋਲ ਹੁੰਦੀ ਆ। ਮੀਟ ਖਾਂਦੇ ਹੋ ਜਿਹੜੇ ਬੰਦੇ ਉਹਨਾਂ ਨੂੰ ਮੀਟ ਚੋਂ ਵੀ ਮਿਲ ਜਾਂਦੀ ਆ। ਚੀਜ਼ ਵੀ ਜਿਹੜਾ ਹੈਗਾ ਆ ਐਨੀਮਲ ਫੈਟ ਦੇ ਵਿੱਚੋਂ ਮਿਲ ਜਾਂਦਾ ਹੈਗਾ ਆ ਕੋਲੇਸਟ੍ਰੋਲ। ਸੋ ਇਹ ਐਨੀਮਲ ਫੈਟ ਦੇ ਵਿੱਚ ਹੀ ਆ, ਐਨੀਮਲ ਸੈਲਸ ਦੇ ਵਿੱਚ ਹੀ ਹੁੰਦੀ ਹੈਗੀ ਆ, ਪਲਾਂਟ ਸੈਲਸ ਦੇ ਵਿੱਚ ਨਹੀਂ ਹੁੰਦੀ, ਪਲਾਂਟ ਦੇ ਵਿੱਚ ਨਹੀਂ ਹੁੰਦੀ। ਕਿਸੇ ਵੀ ਪਲਾਂਟ ਚੀਜ਼ ਜਿਹੜੀ ਵੈਜੀਟੇਰੀਅਨ ਚੀਜ਼ ਹੈਗੀ ਆ, ਜਿਹੜੀ ਮਰਜ਼ੀ ਤੁਸੀਂ ਵੈਜੀਟੇਰੀਅਨ ਚੀਜ਼ ਖਾ ਲਓ, ਉਹਦੇ ਵਿੱਚੋਂ ਇਹ ਤੁਹਾਨੂੰ ਨਹੀਂ ਮਿਲੇਗੀ। ਫਿਰ ਕਈ ਲਫ਼ਜ਼ ਆਉਂਦੇ ਹੈਗੇ ਆ ਜਿਹੜੀ ਕਿ HDL, LDL ਤੇ VLDL, ਇਹ ਕੀ ਹੈਗੇ ਆ? HDL ਨੂੰ ਕਹਿੰਦੇ ਆ ਹਾਈ ਡੈਂਸਿਟੀ ਲਿਪੋਪ੍ਰੋਟੀਨਸ, LDL ਨੂੰ ਕਹਿੰਦੇ ਆ ਲੋ ਡੈਂਸਿਟੀ ਲਿਪੋਪ੍ਰੋਟੀਨ, VLDL ਨੂੰ ਕਹਿੰਦੇ ਆ ਵੈਰੀ ਲੋ ਡੈਂਸਿਟੀ ਲਿਪੋਪ੍ਰੋਟੀਨਸ। ਇਹ ਲਿਪੋਪ੍ਰੋਟੀਨਸ ਹੈ। ਲਿਪੋਪ੍ਰੋਟੀਨਸ ਦਾ ਮਤਲਬ ਇਹ ਆ ਕਿ ਫੈਟ ਤੇ ਪ੍ਰੋਟੀਨਸ ਜਦੋਂ ਦੋਨੇ ਮਿਲ ਜਾਂਦੀਆਂ ਆ ਤੇ ਫਿਰ ਉਹ ਵਾਟਰ ਸੋਲੂਬਲ ਹੋ ਜਾਂਦੀਆਂ ਆ। ਕੱਲੀ ਫੈਟ ਜਿਹੜੀ ਆ ਉਹ ਵਾਟਰ ਦੇ ਵਿੱਚ ਘੁਲਦੀ ਨਹੀਂ ਹੈ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਤੁਸੀਂ ਕੋਈ ਵੀ ਫੈਟ ਜਿੱਦਾਂ ਘੇ ਹੈ ਉਹਨੂੰ ਪਾਣੀ ਦੇ ਵਿੱਚ ਜਾਂ ਮੱਖਣ ਹੈ ਪਾਣੀ ਦੇ ਵਿੱਚ ਪਾਉਨੇ ਹੋ ਤੇ ਉਹ ਤਰਦਾ ਰਹਿੰਦਾ ਹੈ, ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਪਰ ਜਦੋਂ ਇਹ ਫੈਟ ਪ੍ਰੋਟੀਨ ਦੇ ਨਾਲ ਮਿਲ ਜਾਂਦੀ ਹੈ ਫਿਰ ਇਹ ਘੁਲ ਜਾਂਦੀ ਹੈ, ਪਾਣੀ ਦੇ ਵਿੱਚ ਘੁਲ ਜਾਂਦੀ ਹੈ। ਔਰ ਸਾਡਾ ਬਲੱਡ ਵੀ ਇੱਕ ਤਰ੍ਹਾਂ ਦਾ ਪਾਣੀ ਦਾ ਹੈ, ਸੋਰਸ ਹੈ। ਔਰ ਜਦੋਂ ਫੈਟ ਔਰ ਪ੍ਰੋਟੀਨ ਮਿਲ ਜਾਂਦੀਆਂ ਹੈਗੀਆਂ ਆ ਤਾਂ ਫਿਰ ਇਹ ਪਾਣੀ ਬਲੱਡ ਦੇ ਵਿੱਚ ਘੁਲ ਜਾਂਦੀਆਂ ਹੈਗੀਆਂ ਔਰ ਬਲੱਡ ਦੇ ਵਿੱਚ ਇਹਨਾਂ ਨੂੰ ਇੱਕ ਦੂਜੀ ਤੋਂ ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਟਰਾਂਸਪੋਰਟ ਕਰਨ ਦੇ ਵਿੱਚ ਆਸਾਨੀ ਹੁੰਦੀ ਹੈਗੀ ਆ। ਇਹ ਕੁਦਰਤ ਨੇ ਇੱਕ ਤਰ੍ਹਾਂ ਦਾ ਖੇਲ ਬਣਾਇਆ ਹੈ ਕਿ ਜਿਹੜੀ ਫੈਟ ਹੈ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਆਸਾਨੀ ਦੇ ਨਾਲ ਲਿਜਾਣ ਲਈ ਇਹ ਲਿਪੋਪ੍ਰੋਟੀਨਸ ਕੰਮ ਕਰਦੀਆਂ ਹੈਗੀਆਂ ਆ। ਔਰ ਇਹ ਜਿਹੜੀ HDL, LDL, VLDL ਆ ਇਹ ਕੋਲੇਸਟ੍ਰੋਲ ਦੇ ਨਾਲ ਮਿਲ ਜਾਂਦੀਆਂ ਹੈਗੀਆਂ ਆ ਔਰ ਇਹੀ ਕੋਲੇਸਟ੍ਰੋਲ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਲਿਜਾਂਦੀਆਂ ਹੈਗੀਆਂ। ਔਰ ਇਹ ਜਿਹੜੀਆਂ ਲਿਪਿਡ ਜਿਹੜੇ ਹੈਗੇ ਆ ਇਹ ਪ੍ਰੋਟੀਨਸ ਦੇ ਨਾਲ ਮਿਲਣ ਦੇ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਟਰਾਂਸਪੋਰਟ ਕਰਨ ਦੇ ਵਿੱਚ ਮਦਦ ਕਰਦੀਆਂ ਹੈ। ਇਹ ਡਿਫਰੈਂਟ ਟਾਈਪਸ ਆਫ ਲਿਪੋਪ੍ਰੋਟੀਨਸ ਹੈਗੀਆਂ ਜਿਨ੍ਹਾਂ ਦੇ ਫੰਕਸ਼ਨ ਜਿਹੜੇ ਹੈਗੇ ਆ ਉਹ ਡਿਫਰੈਂਟ ਹੈਗੇ ਆ। ਜਿੱਦਾਂ ਹੁਣ HDL ਹੈ, HDL ਹਾਈ ਡੈਂਸਿਟੀ ਲਿਪੋਪ੍ਰੋਟੀਨ ਹੈਗੀ ਆ। ਇਹ ਸਾਡੇ ਟਿਸ਼ੂਜ਼ ਦੇ ਵਿੱਚ ਜਿਹੜੀ ਵਾਧੂ ਕੋਲੇਸਟ੍ਰੋਲ ਹੁੰਦੀ ਆ ਉਹਨੂੰ ਮੁੜ ਕੇ ਵਾਪਸ ਲਿਵਰ ਦੇ ਵਿੱਚ ਲੈ ਜਾਂਦੀ ਹੈਗੀ ਆ। ਔਰ ਜਿਹੜੀ LDL ਹੈਗੀ ਆ ਉਹ ਲਿਵਰ ਤੋਂ ਜਿੱਥੇ ਵੀ ਕੋਲੇਸਟ੍ਰੋਲ ਦੀ ਸਾਡੇ ਟਿਸ਼ੂਜ਼ ਨੂੰ ਜ਼ਰੂਰਤ ਹੁੰਦੀ ਆ ਉੱਥੇ ਤੱਕ LDL ਜਿਹੜੀ ਆ ਉਹ ਕੋਲੇਸਟ੍ਰੋਲ ਨੂੰ ਲੈ ਜਾਂਦੀ ਹੈਗੀ ਆ। VLDL ਜਿਹੜੀ ਹੈਗੀ ਆ ਇਹ ਸਾਡੇ ਸਿਸਟਮ ਦੇ ਵਿੱਚ ਇੱਕ ਤੁਸੀਂ ਸੁਣਿਆ ਹੋਊਗਾ ਟ੍ਰਾਈਗਲਿਸਰਾਈਡ ਜਿਹੜੇ ਹੈਗੇ ਆ ਉਹ ਫੈਟੀ ਐਸਿਡ ਤੇ ਗਲਿਸਰੋਲ ਤੋਂ ਬਣਦੇ ਆ ਔਰ ਉਹਨਾਂ ਨੂੰ ਟਰਾਂਸਪੋਰਟੇਸ਼ਨ ਦੇ ਲਈ ਇਹ VLDL ਕੰਮ ਕਰਦੀ ਹੈਗੀ ਆ। ਸੋ ਇਹ ਡਿਫਰੈਂਟ ਪ੍ਰੋਟੀਨ ਜਿਹੜੀਆਂ ਲਿਪੋਪ੍ਰੋਟੀਨਸ ਹੈਗੀਆਂ ਉਹਨਾਂ ਦਾ ਫੰਕਸ਼ਨ ਜਿਹੜਾ ਆ ਉਹ ਡਿਫਰੈਂਟ ਹੈਗਾ ਆ। ਹਾਈ ਕੋਲੇਸਟ੍ਰੋਲ ਕਾਹਦੇ ਨਾਲ ਹੋ ਜਾਂਦੀ ਹੈਗੀ ਆ? ਹਾਈ ਕੋਲੇਸਟ੍ਰੋਲ ਜੇ ਬਲੱਡ ਦੇ ਵਿੱਚ ਹੈ ਤਾਂ ਉਹਦੇ ਕਾਰਨ ਕੀ ਹੈਗੇ ਆ? ਇੱਕ ਤਾਂ ਹੈਗੀ ਏਜ। ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਹੈਗੀ ਆ ਸਾਡੀ ਕੋਲੇਸਟ੍ਰੋਲ ਦੀ ਮਾਤਰਾ ਜਿਹੜੀ ਹੈਗੀ ਆ ਉਹ ਹੌਲੀ ਹੌਲੀ ਬਲੱਡ ਦੇ ਵਿੱਚ ਵਧਣੀ ਸ਼ੁਰੂ ਹੋ ਜਾਂਦੀ ਹੈਗੀ ਆ। ਦੂਜੀ ਹੈ ਹੈਰੀਡਿਟੀ। ਕਈਆਂ ਲੋਕਾਂ ਦੇ ਵਿੱਚ ਹੈਰੀਡਿਟੀ ਤੋਂ ਹੀ ਸਾਡੇ ਮਤਲਬ ਮਾਂ-ਬਾਪ ਤੋਂ ਹੀ ਇਸ ਤਰ੍ਹਾਂ ਦੀ ਸਾਨੂੰ ਜੀਨਸ ਮਿਲਦੇ ਆ ਜਿਹਦੇ ਨਾਲ ਸਾਡੇ ਬੋਡੀ ਦੇ ਵਿੱਚ ਜ਼ਿਆਦਾ ਕੋਲੇਸਟ੍ਰੋਲ ਹੁੰਦੀ ਹੈਗੀ ਆ। ਫਿਰ ਜਿਨ੍ਹਾਂ ਦਾ weight ਜ਼ਿਆਦਾ ਹੈਗਾ ਆ, ਓਬੈਸਿਟੀ ਹੈਗੀ ਆ, ਉਹਨਾਂ ਦੇ ਵਿੱਚ ਵੀ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਆ। ਫਿਰ ਕਈ ਰੇਸਿਸ ਐਸੀਆਂ ਹੈਗੀਆਂ ਆ ਜਿੱਦਾਂ ਅਫਰੀਕਨ ਅਮਰੀਕਨਸ ਹੈਗੇ ਆ ਉਹਨਾਂ ਦੇ ਵਿੱਚ ਜ਼ਿਆਦਾ ਕੋਲੇਸਟ੍ਰੋਲ ਦੀ ਮਾਤਰਾ ਹੁੰਦੀ ਹੈਗੀ ਆ। ਫਿਰ ਜਿਹੜੇ ਲੋਕ ਅਨਹੈਲਦੀ ਈਟਿੰਗ ਹੈਬਿਟਸ ਆ ਜਿਹੜੇ ਜ਼ਿਆਦਾ ਫਾਸਟ ਫੂਡ ਖਾਂਦੇ ਹੈਗੇ ਆ ਮਤਲਬ ਪੈਕੇਜਡ ਫੂਡ ਜ਼ਿਆਦਾ ਖਾਂਦੇ ਹੈਗੇ ਆ, ਬਾਜ਼ਾਰੀ ਫੂਡ ਜ਼ਿਆਦਾ ਖਾਂਦੇ ਹੈਗੇ ਆ, ਬਹੁਤ ਜ਼ਿਆਦਾ ਫਰਾਈਡ ਫੂਡ ਖਾਂਦੇ ਹੈਗੇ ਆ ਜਾਂ ਜਿਹੜਾ ਗਲਤ ਫੂਡ ਖਾਂਦੇ ਹੈਗੇ ਹੈਬਿਟਸ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਆ।
फिर लैक ऑफ फिजिकल इनएक्टिविटी, ਜਿਹੜੇ ਲੋਕ ਸੈਡੈਂਟਰੀ ਹੈਬਿਟਸ ਹੈਗੇ, ਜਿਹੜੇ ਸਾਰਾ ਦਿਨ ਲੰਮੇ ਪਏ ਰਹਿੰਦੇ ਆ, ਬੈਠੇ ਰਹਿੰਦੇ ਆ, ਚੱਲਦੇ ਫਿਰਦੇ ਨਹੀਂ, ਮੂਵਿੰਗ ਨਹੀਂ ਹੈ, ਕਸਰਤ ਨਹੀਂ ਕਰਦੇ, ਉਹਨਾਂ ਲੋਕਾਂ ਦੇ ਵਿੱਚ ਵੀ ਇਹ ਜਿਹੜੀ ਕੋਲੇਸਟ੍ਰੋਲ ਦੀ ਮਾਤਰਾ ਹੈਗੀ ਆ ਉਹ ਜ਼ਿਆਦਾ ਹੁੰਦੀ ਹੈਗੀ ਆ। ਫਿਰ ਕਈ ਲੋਕ ਸਮੋਕਿੰਗ ਜ਼ਿਆਦਾ ਕਰਦੇ ਆ ਜਾਂ ਡਰਿੰਕ ਜ਼ਿਆਦਾ ਕਰਦੇ ਹੈਗੇ ਆ, ਉਹਨਾਂ ਦੇ ਵਿੱਚ ਵੀ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇੱਕ ਚੀਜ਼ ਤੁਹਾਨੂੰ ਸਮਝ ਵਿੱਚ ਲੱਗ ਜਾਣੀ ਚਾਹੀਦੀ ਹੈ ਕਿ ਜਦੋਂ ਵੀ ਸਾਡੀ ਬੋਡੀ ਨੂੰ ਕੋਈ ਨਾ ਕੋਈ ਚੈਲੰਜ ਆਉਂਦਾ ਆ, ਉਸ ਵੇਲੇ ਕੋਲੇਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ ਸਰੀਰ ਦੇ ਵਿੱਚ। ਇਹ ਇੱਕ ਤਰ੍ਹਾਂ ਦਾ ਸਾਡੇ ਬੋਡੀ ਦਾ ਪ੍ਰੋਟੈਕਟਿਵ ਮੈਕੈਨਿਜ਼ਮ ਹੈ। ਕੋਈ ਵੀ ਜਦੋਂ ਗਲਤ ਚੀਜ਼ ਅਸੀਂ ਕਰਦੇ ਹੈਗੇ ਆ, ਸਾਡਾ weight ਵੱਧ ਜਾਂਦਾ, ਸਾਡੀ ਅਨਹੈਲਦੀ ਈਟਿੰਗ ਹੈਬਿਟਸ ਹੋ ਜਾਂਦੀਆਂ, ਜਾਂ ਅਸੀਂ ਬੈਠੇ ਰਹਿੰਦੇ ਆ, ਕਸਰਤ ਨਹੀਂ ਕਰਦੇ, ਸਮੋਕਿੰਗ ਕਰਦੇ ਆ, ਡਰਿੰਕ ਜ਼ਿਆਦਾ ਕਰਦੇ ਆ, ਜਾਂ ਹੋਰ ਵਾਧੂ ਡਰੱਗਸ ਵਗੈਰਾ ਲੈਂਦੇ ਆ, ਤਾਂ ਫਿਰ ਇਹ ਵੱਧ ਜਾਂਦੀ ਆ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਕੋਲੇਸਟ੍ਰੋਲ ਇੱਕ ਸਾਡੀ ਪ੍ਰੋਟੈਕਟਿਵ ਆ। ਜਦੋਂ ਇਸ ਤਰ੍ਹਾਂ ਦਾ ਚੈਲੰਜ ਕੋਈ ਵੀ ਸਾਡੀ ਬੋਡੀ ਨੂੰ ਹੁੰਦਾ ਆ, ਤਾਂ ਸਾਡੀ ਬੋਡੀ ਜ਼ਿਆਦਾ ਕੋਲੇਸਟ੍ਰੋਲ ਪੈਦਾ ਕਰਦੀ ਹੈਗੀ ਆ, ਔਰ ਬਲੱਡ ਦੇ ਵਿੱਚ ਜ਼ਿਆਦਾ ਕੋਲੇਸਟ੍ਰੋਲ ਆ ਜਾਂਦੀ ਹੈਗੀ ਆ। ਇਹਨੂੰ ਇਸ ਤਰੀਕੇ ਦੇ ਨਾਲ ਲੈਣਾ ਚਾਹੀਦਾ, ਇਸ ਤਰੀਕੇ ਦੇ ਨਾਲ ਨਹੀਂ ਲੈਣਾ ਚਾਹੀਦਾ ਕਿ ਕੋਲੇਸਟ੍ਰੋਲ ਵੱਧ ਗਈ, ਸਾਡਾ ਪਤਾ ਨਹੀਂ ਕੀ ਗੱਲ ਹੋ ਗਈ ਆ। ਕੋਲੇਸਟ੍ਰੋਲ ਤਾਂ ਵਧੀ ਆ ਜਦੋਂ ਆ ਸਾਰੇ ਕਾਜ਼ ਤੁਹਾਡੇ ਕੋਲ ਹੈਗੇ ਆ। ਬੇਸਿਕ ਰੂਟ ਕਾਜ਼ ਨਾ ਹੋਣਗੇ ਤਾਂ ਕੋਲੇਸਟ੍ਰੋਲ ਨਹੀਂ ਵਧਣੀ। ਸੋ ਇਸ ਲਈ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰੀ ਆ ਜਾਣੀ ਚਾਹੀਦੀ ਆ ਕਿ ਕੋਲੇਸਟ੍ਰੋਲ ਜਿਹੜੀ ਆ ਉਹ ਇੱਕ ਭੂਤ ਨਹੀਂ ਹੈ। ਕੋਲੇਸਟ੍ਰੋਲ ਸਾਡੀ ਪ੍ਰੋਟੈਕਸ਼ਨ ਲਈ, ਇਹਨਾਂ ਜੋ ਵੀ ਅਸੀਂ ਗਲਤ ਕੰਮ ਕੀਤੇ ਆ ਉਹਨਾਂ ਤੋਂ ਸਾਨੂੰ ਬਚਾਉਣ ਲਈ ਸਾਡੀ ਬੋਡੀ ਨੇ ਪੈਦਾ ਕੀਤੀ ਆ, ਕਿਉਂਕਿ ਕੋਲੇਸਟ੍ਰੋਲ ਸਾਡੇ ਅੰਦਰੋਂ ਪੈਦਾ ਹੁੰਦੀ ਆ। ਇਸ ਲਈ ਇਹ ਕੋਲੇਸਟ੍ਰੋਲ ਜਿਹੜੀ ਹੈਗੀ ਆ, ਇਹ ਸਾਡੀ ਬੋਡੀ ਨੇ ਸਾਡੇ ਲਈ ਇੱਕ ਪ੍ਰੋਟੈਕਟਿਵ ਮੈਕੈਨਿਜ਼ਮ ਦੱਸੀ ਹੈ ਕਿ ਜਿਹੜੀਆਂ ਚੀਜ਼ਾਂ ਗਲਤ ਅਸੀਂ ਕੀਤੀਆਂ ਆ, ਅਸੀਂ ਉਹਨਾਂ ਤੋਂ ਬਚ ਸਕੀਏ। ਇਹ ਜ਼ਿਆਦਾ ਇੰਪੋਰਟੈਂਟ ਹੈਗੀ ਆ ਸਮਝਣ ਦੇ ਲਈ। ਅਸੀਂ ਇਹਨੂੰ ਹੀ ਨਹੀਂ ਸਮਝ ਲੈਣਾ ਚਾਹੀਦਾ ਕਿ ਕੋਲੇਸਟ੍ਰੋਲ ਵੱਧ ਗਿਆ ਜਾਂ ਮੈਨੂੰ ਪਤਾ ਨਹੀਂ ਕਿਹੜੀ ਬਿਮਾਰੀ ਹੋ ਗਈ। ਤੁਹਾਨੂੰ ਬਿਮਾਰੀ ਨਹੀਂ ਕੋਈ ਹੋਈ, ਇਹ ਤੁਹਾਡੀ ਬੋਡੀ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੀਆਂ ਆ ਗਲਤ ਚੀਜ਼ਾਂ ਤੁਸੀਂ ਕੀਤੀਆਂ ਆ, ਉਹਦੀ ਪ੍ਰੋਟੈਕਸ਼ਨ ਲਈ ਤੁਹਾਡੇ ਬੋਡੀ ਨੇ ਤੁਹਾਨੂੰ ਬਣਾਈਆਂ ਹੈਗੀਆਂ ਆ, ਕੋਲੇਸਟ੍ਰੋਲ ਦਿੱਤੀ ਹੈਗੀ ਆ ਨੈਚੁਰਲ ਵੇ ਦੇ ਨਾਲ। ਇਹਦੇ ਲੈਵਲਸ ਕਿੰਨੇ ਹੈਗੇ ਆ? ਜਿਹੜੇ ਡੇਂਜਰਸ ਲੈਵਲ ਕਹਿੰਦੇ ਹੈਗੇ, ਸੋ ਕਾਲਡ ਆਮ ਭਾਸ਼ਾ ਦੇ ਵਿੱਚ ਡਾਕਟਰਸ ਜਿਹੜੇ ਡੇਂਜਰਸ ਲੈਵਲਸ ਕਹਿੰਦੇ ਆ, ਉਹ ਟੋਟਲ ਕੋਲੇਸਟ੍ਰੋਲ ਜਿਹੜੀ ਹੈਗੀ ਆ ਉਹ 240 ਜਾਂ ਉਸ ਤੋਂ ਜ਼ਿਆਦਾ ਜਿਹੜੀ ਹੈਗੀ ਆ, ਉਹਨੂੰ ਕਹਿੰਦੇ ਆ ਕਿ ਇਹ ਡੇਂਜਰਸ ਹੈਗੀ ਆ। ਜਿਹੜੀ 200 ਤੋਂ 239 ਤੱਕ ਹੈਗੀ ਆ ਟੋਟਲ ਕੋਲੇਸਟ੍ਰੋਲ, ਉਹਨੂੰ ਕਹਿੰਦੇ ਆ ਕਿ ਇਹ ਰਿਸਕੀ ਹੈਗੀ ਆ। ਤੇ ਜੇ 200 ਤੋਂ ਘੱਟ ਹੈਗੀ ਆ, ਉਹਨੂੰ ਕਹਿੰਦੇ ਆ ਕਿ ਇਹ ਹਾਰਟ ਹੈਲਦੀ ਹੈਗੀ ਆ, ਇਹਦਾ ਹਾਰਟ ਦੇ ਉੱਤੇ ਕੋਈ ਅਸਰ ਨਹੀਂ ਹੈ। ਇਹ ਸਾਡੇ ਡਾਕਟਰਸ ਜਿਹੜੇ ਹੈਗੇ ਆ ਉਹਨਾਂ ਦਾ ਵਰਸ਼ਨ ਹੈ। ਇਹ ਹੈ ਵੀ ਅਦਰਵਾਈਜ਼ ਵੀ ਠੀਕ ਹੈ ਕਿ ਜੇ ਜਿੰਨੀ ਘੱਟ ਮਤਲਬ ਕੋਲੇਸਟ੍ਰੋਲ ਹੋਏਗੀ, ਇਹਦਾ ਮਤਲਬ ਉਹਨਾਂ ਚੈਲੰਜ ਤੁਹਾਡੀ ਬੋਡੀ ਨੂੰ ਘੱਟ ਹੋਏਗਾ। ਤੁਹਾਡੀ ਬੋਡੀ ਨੇ ਉਨੀ ਘੱਟ ਬਣਾਈ ਹੈ। ਅਗਰ ਤੁਹਾਡੀ ਬੋਡੀ ਨੂੰ ਜ਼ਿਆਦਾ ਚੈਲੰਜਸ ਹੈਗੇ ਆ, ਸਟ੍ਰੈਸ ਹੈਗਾ ਆ, ਤੁਸੀਂ ਅਨਹੈਲਦੀ ਫੂਡ ਖਾਂਦੇ ਆ, ਤੁਸੀਂ ਸਮੋਕਿੰਗ ਕਰਦੇ ਆ, ਤੁਸੀਂ ਸੈਡੈਂਟਰੀ ਹੈਬਿਟਸ ਹੈ, ਇਦਾਂ ਦੀਆਂ ਜਿੰਨੀਆਂ ਵੀ ਗਲਤ ਚੀਜ਼ਾਂ ਤੁਸੀਂ ਕਰਦੇ ਹੈਗੇ ਆ, ਉਹਦੇ ਨਾਲ ਤੁਹਾਡਾ ਨੈਚੁਰਲੀ ਤੁਹਾਡਾ ਡੇਂਜਰਸ ਲੈਵਲ ਤੇ ਆ ਜਾਏਗੀ। ਸਿੰਪਲ ਚੀਜ਼ ਹੈਗੀ ਆ। ਔਰ ਫਿਰ LDL ਦਾ ਜਿਹੜਾ ਡੇਂਜਰਸ ਲੈਵਲ ਹੈਗਾ ਆ, ਉਹ 160 ਤੇ ਹਾਇਰ ਦੇ ਵਿੱਚ 160 ਜਾਂ ਉਸ ਤੋਂ ਜ਼ਿਆਦਾ ਜਿਹੜੀ ਹੈਗੀ ਆ ਉਹਨੂੰ ਕਿਹਾ ਗਿਆ ਹੈਗਾ ਆ। ਜੇ 100 ਤੋਂ 159 ਤੱਕ ਹੈਗੀ ਆ, ਉਹਨੂੰ ਇਹ ਰਿਸਕੀ ਕਿਹਾ ਗਿਆ ਹੈ। ਤੇ 100 ਤੋਂ ਥੱਲੇ ਜਿਹੜੀ ਹੈਗੀ LDL, ਉਹਨੂੰ ਕਿਹਾ ਗਿਆ ਹੈ ਹਾਰਟ ਹੈਲਦੀ। ਇਸੇ ਤਰ੍ਹਾਂ HDL ਕੋਲੇਸਟ੍ਰੋਲ, ਜਿਹੜੀ ਕਿ ਹਾਈ ਡੈਂਸਿਟੀ ਲਿਪੋਪ੍ਰੋਟੀਨ ਮੈਂ ਤੁਹਾਨੂੰ ਦੱਸੀ ਹੈਗੀ ਆ, ਇਹ ਕੀ ਕਰਦੀ ਹੈਗੀ ਆ, ਇਹ ਸਾਡੇ ਟਿਸ਼ੂਜ਼ ਦੇ ਵਿੱਚੋਂ ਜਿਹੜੀ ਕੋਲੇਸਟ੍ਰੋਲ ਆ ਉਹਨੂੰ ਇਕੱਠਾ ਕਰਕੇ ਤੇ ਲਿਵਰ ਤੱਕ ਲੈ ਜਾਂਦੀ ਹੈਗੀ ਆ, ਵਾਪਸ ਲੈ ਜਾਂਦੀ ਹੈ, ਟਿਸ਼ੂਜ਼ ਦੇ ਵਿੱਚ ਨਹੀਂ ਰਹਿਣ ਦਿੰਦੀ। ਇਹ ਜਿਹੜੇ ਲੋਕ ਆਦਮੀਆਂ ਦੇ ਵਿੱਚ ਇਹਦਾ ਜਿਹੜਾ ਲੈਵਲ ਹੈਗਾ ਉਹ 40 ਤੋਂ ਥੱਲੇ ਹੋਣਾ ਚਾਹੀਦਾ, ਔਰ ਲੇਡੀਜ਼ ਦੇ ਵਿੱਚ 50 ਤੋਂ ਥੱਲੇ ਹੋਣਾ ਚਾਹੀਦਾ। ਇਹ ਅਗਰ ਇਹ ਉੱਪਰ ਹੈਗਾ ਆ ਤੇ ਉਹ ਵਧੀਆ ਹੈਗਾ, ਇਹ ਵਧੀਆ ਆ, ਮਤਲਬ ਦਿਸ ਇਜ਼ ਅ ਗੁੱਡ ਕੋਲੇਸਟ੍ਰੋਲ, ਕਹਿੰਦੇ ਸੋ ਕਾਲਡ ਗੁੱਡ ਕੋਲੇਸਟ੍ਰੋਲ। ਜੇ 40 ਤੋਂ 59 ਹੈਗਾ ਆ
ਆਦਮੀਆਂ ਦੇ ਵਿੱਚ ਤੇ 50 ਤੋਂ 59 ਹੈਗਾ ਆ ਲੇਡੀਜ਼ ਦੇ ਵਿੱਚ, ਫੇ ਇਹਨੂੰ ਰਿਸਕੀ ਕਹਿੰਦੇ ਹੈਗੇ ਆ। ਤੇ ਜੇ ਇਹ HDL 60 ਤੋਂ ਉੱਪਰ ਹੈਗਾ ਆ ਤਾਂ ਫਿਰ ਅਸੀਂ ਸਮਝਦੇ ਹਾਂ ਕਿ ਹਾਰਟ ਹੈਲਦੀ ਹੈਗਾ ਆ, ਇਹ ਬਹੁਤ ਅੱਛਾ ਹੈਗਾ ਆ। ਸੋ ਇਹ ਇਸ ਤਰੀਕੇ ਦੇ ਨਾਲ ਅਸੀਂ ਲੈਵਲਸ ਨੂੰ ਐਜ਼ ਏ ਡਾਕਟਰ ਕਰਦੇ ਹੈਗੇ ਆ, ਟ੍ਰੀਟ ਕਰਦੇ ਹੈਗੇ ਆ। ਬੋਡੀ ਦੇ ਵਿੱਚ ਕੋਲੇਸਟ੍ਰੋਲ ਦੇ ਫੰਕਸ਼ਨਸ ਕੀ ਹੈਗੇ ਆ, ਕਿਸ ਤਰ੍ਹਾਂ ਸਾਨੂੰ ਹੈਲਪ ਕਰਦੀ ਹੈਗੀ ਆ। ਇੱਕ ਤਾਂ ਸਭ ਤੋਂ ਵੱਡਾ ਜਿਹੜਾ ਇਹਦਾ ਫੰਕਸ਼ਨ ਹੈਗਾ ਕਿ ਇਹ ਐਂਟੀਆਕਸੀਡੈਂਟ ਹੈਗਾ, ਨੈਚੁਰਲ ਐਂਟੀਆਕਸੀਡੈਂਟ ਹੈਗਾ ਆ। ਐਂਟੀਆਕਸੀਡੈਂਟ ਕੀ ਕਰਦੇ ਆ ਕਿ ਜਦੋਂ ਵੀ ਸਾਡੀ ਬੋਡੀ ਦੇ ਵਿੱਚ ਕੋਈ ਵੀ ਆਕਸੀਡੈਂਟ, ਕੋਈ ਵੀ ਜ਼ਹਿਰ, ਕੋਈ ਵੀ ਫ੍ਰੀ ਰੈਡੀਕਲ, ਕੋਈ ਵੀ ਇਨਫੈਕਸ਼ਨ, ਕੋਈ ਵੀ ਚੀਜ਼ ਐਸੀ ਸਾਡੀ ਬੋਡੀ ਦੇ ਵਿੱਚ ਸਾਡੀ ਬੋਡੀ ਨੂੰ ਚੈਲੰਜ ਕਰਦੀ ਆ ਤਾਂ ਇਹ ਕੋਲੇਸਟ੍ਰੋਲ ਉਹਦਾ ਮੁਕਾਬਲਾ ਕਰਦੀ ਹੈਗੀ ਆ। ਕਿੰਨਾ ਵਧੀਆ ਇਹਦਾ ਫੰਕਸ਼ਨ ਹੈ, ਪਰ ਫਿਰ ਵੀ ਅਸੀਂ ਇਹਨੂੰ ਬਹੁਤ ਬੁਰੀ ਨਿਗਾਹ ਨਾਲ ਦੇਖਦੇ ਹੈਗੇ ਆ। ਐਂਟੀਆਕਸੀਡੈਂਟ ਇਹ ਸਾਡੀ ਬੋਡੀ ਦਾ ਇੱਕ ਵੱਡਾ ਐਂਟੀਆਕਸੀਡੈਂਟ ਹੈ। ਸਾਡੀ ਬੋਡੀ ਦੇ ਵਿੱਚ ਹੋਰ ਕਿਹੜੇ ਐਂਟੀਆਕਸੀਡੈਂਟ ਹੈਗੇ ਆ, ਜਿੱਦਾਂ ਕਿ ਵਿਟਾਮਿਨ ਸੀ ਹੈ, ਵਿਟਾਮਿਨ ਏ ਹੈ, ਵਿਟਾਮਿਨ ਈ ਹੈ। ਇਹ ਸਾਰੇ ਐਂਟੀਆਕਸੀਡੈਂਟ ਹੈ ਜਿਹੜੇ ਸਾਡੀ ਬੋਡੀ ਨੂੰ ਅਸੀਂ ਬਾਹਰੋਂ ਲੈਂਦੇ ਆ। ਬਾਹਰੋਂ ਅਸੀਂ ਬੋਡੀ ਨੂੰ ਸੈੱਟ ਕਰਨ ਦੇ ਲਈ, ਬੋਡੀ ਨੂੰ ਠੀਕ ਕਰਨ ਦੇ ਲਈ ਬਾਹਰੋਂ ਅਸੀਂ ਲੈਂਦੇ ਹੈਗੇ। ਸਲੀਨੀਅਮ ਹੈ ਇੱਕ, ਉਹ ਵੀ ਐਂਟੀਆਕਸੀਡੈਂਟ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਆ ਬਾਹਰੋਂ ਅਸੀਂ ਐਂਟੀਆਕਸੀਡੈਂਟ ਲੈ ਕੇ ਬੋਡੀ ਨੂੰ ਅਸੀਂ ਠੀਕ ਕਰਦੇ ਆ। ਇਹ ਸਾਡਾ ਨੈਚੁਰਲ ਐਂਟੀਆਕਸੀਡੈਂਟ ਹੈ ਜਿਹੜਾ ਕਿ ਸਾਡੀ ਬੋਡੀ ਆਪਣੇ ਆਪ ਪ੍ਰੋਡਿਊਸ ਕਰਦੀ ਹੈਗੀ ਆ ਨੈਚੁਰਲ ਵੇ ਦੇ ਨਾਲ। ਫਿਰ ਇਹ ਇਮਿਊਨ ਸਿਸਟਮ ਨੂੰ ਠੀਕ ਕਰਦੀ ਹੈਗੀ ਆ, ਜਿਹੜੇ ਸਾਡੇ ਬੈਕਟੀਰੀਆ ਹੈਗੇ ਆ ਉਹਨਾਂ ਨੂੰ ਮਾਰਨ ਦੇ ਵਿੱਚ ਇਹ ਹੈਲਪ ਕਰਦੀ ਹੈਗੀ ਆ ਕੋਲੇਸਟ੍ਰੋਲ ਜਿਹੜੀ ਹੈਗੀ ਆ। ਫਿਰ ਇਹ ਹਾਰਮੋਨ ਪ੍ਰੋਡਕਸ਼ਨ ਜਿਹੜੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਸਾਡੇ ਜਿੰਨੇ ਵੀ ਸੈਕਸ ਹਾਰਮੋਨ ਹੈਗੇ ਆ, ਸਾਡੇ ਸਟ੍ਰੈਸ ਹਾਰਮੋਨ ਹੈਗੇ ਆ, ਔਰ ਸਾਡੇ ਵਿਟਾਮਿਨ ਡੀ ਵਗੈਰਾ ਹੈਗੇ ਆ, ਉਹਨਾਂ ਨੂੰ ਮਤਲਬ ਉਹਨਾਂ ਦਾ ਬੇਸਿਕ ਮੋਲੀਕਿਊਲ ਇਹਦਾ ਕੋਲੇਸਟ੍ਰੋਲ ਦਾ ਹੁੰਦਾ ਕਿ ਇਹਦੇ ਤੋਂ ਹੀ ਉਹ ਬਣਦੇ ਹੈਗੇ ਆ, ਬੇਸਿਕ ਮੋਲੀਕਿਊਲ ਤੋਂ। ਜੇ ਇਹ ਨਾ ਹੋਵੇ ਤਾਂ ਉਹ ਸਾਡੇ ਸੈਕਸ ਹਾਰਮੋਨ ਨਹੀਂ ਬਣ ਸਕਦੇ, ਸਾਡੇ ਸਟ੍ਰੈਸ ਹਾਰਮੋਨ ਨਹੀਂ ਬਣ ਸਕਦੇ, ਸਾਡੇ ਵਿਟਾਮਿਨ ਡੀ ਨਹੀਂ ਬਣ ਸਕਦਾ। ਫਿਰ ਇਹ ਪ੍ਰੋਪਰ ਡਾਈਜੈਸ਼ਨ ਦੇ ਲਈ ਹੈਲਪ ਕਰਦੀ ਆ, ਕਿਉਂਕਿ ਬਾਈਲ ਸਾਲਟ ਔਰ ਬਾਈਲ ਪਿਗਮੈਂਟਸ ਦੇ ਵਿੱਚ ਜਿਹੜਾ ਬਾਈਲ ਸਾਡਾ ਕੰਮ ਕਰਦਾ ਹੈਗਾ ਆ, ਉਹਦੇ ਵਿੱਚ ਵੀ ਕੋਲੇਸਟ੍ਰੋਲ ਹੁੰਦੀ ਆ, ਔਰ ਕੋਲੇਸਟ੍ਰੋਲ ਹੀ ਸਾਡੀ ਡਾਈਜੈਸ਼ਨ ਨੂੰ ਪ੍ਰੋਪਰ ਡਾਈਜੈਸਟ ਕਰਨ ਦੇ ਵਿੱਚ ਹੈਲਪ ਕਰਦੀ ਹੈਗੀ ਆ। ਫਿਰ ਇਹ ਬਿਲਡਿੰਗ ਬਲੌਕਸ ਹੈਗੇ ਆ, ਤੁਹਾਨੂੰ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡੇ ਸਾਰੇ ਜਿਸਮ ਦੇ ਸੈੱਲ ਹੈਗੇ ਆ, ਉਹਨਾਂ ਵਿੱਚ ਇਹ ਜਿਹੜੀ ਬਿਲਡਿੰਗ ਬਲੌਕ ਹੈਗੇ ਆ, ਹਰ ਸੈੱਲ ਦੀ ਵਾਲ ਦੇ ਵਿੱਚ ਕੋਲੇਸਟ੍ਰੋਲ ਹੈਗੀ ਆ, ਔਰ ਕੋਲੇਸਟ੍ਰੋਲ ਦੇ ਬਿਨਾਂ ਕੋਈ ਵੀ ਸੈੱਲ ਬਣ ਨਹੀਂ ਸਕਦਾ, ਇਸ ਕਰਕੇ ਬਿਲਡਿੰਗ ਬਲੌਕ ਆਫ ਬੋਡੀ ਹੈਗੇ ਆ। ਫਿਰ ਹੋਰ ਫੰਕਸ਼ਨਸ ਬਹੁਤ ਹੈਗੇ ਆ ਇਹਦੇ ਕੋਲੇਸਟ੍ਰੋਲ ਦੇ। ਇਹ ਮਤਲਬ ਇੰਨੀ ਇੰਪੋਰਟੈਂਟ ਚੀਜ਼ ਹੈਗੀ ਆ ਕਿ ਕੋਲੇਸਟ੍ਰੋਲ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਜਦੋਂ ਕੋਲੇਸਟ੍ਰੋਲ ਸਾਡੇ ਬੋਡੀ ਦੇ ਵਿੱਚ ਘਟਦੀ ਆ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਓਨੀ ਛੋਟੀ ਹੋ ਜਾਂਦੀ ਆ। ਜਿਹੜੇ ਲੋਕ ਕੋਲੇਸਟ੍ਰੋਲ ਨੂੰ ਘਟਾਉਣ ਦੀਆਂ ਦਵਾਈਆਂ ਲੈਂਦੇ ਆ, ਉਹਨਾਂ ਦੀ ਜ਼ਿੰਦਗੀ ਦੂਜੇ ਲੋਕਾਂ ਨਾਲੋਂ ਘਟ ਜਾਂਦੀ ਆ, ਲੌਂਜੇਵਿਟੀ ਜਿਹੜੀ ਆ ਉਹ ਘਟ ਜਾਂਦੀ ਹੈਗੀ ਆ। ਇਹ ਸਟੱਡੀਜ਼ ਦੇ ਵਿੱਚ ਪਾਇਆ ਗਿਆ ਹੈਗਾ ਆ। ਸੋ ਇਸ ਕਰਕੇ ਜਿੰਨੀ ਤੁਹਾਡੀ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਏਗੀ, ਉਨੀ ਤੁਹਾਡੀ ਲਾਈਫ ਐਕਸਪੈਕਟੈਂਸੀ ਵੀ ਜ਼ਿਆਦਾ ਹੋਏਗੀ। ਇਸ ਲਈ ਜਿਹੜਾ ਕਾਰਨ ਹੈਗਾ ਆ ਉਹਨੂੰ ਟ੍ਰੀਟ ਕਰਨਾ ਚਾਹੀਦਾ ਕਿ ਕੋਲੇਸਟ੍ਰੋਲ ਕਿਉਂ ਵਧੀ ਆ। ਬੋਡੀ ਨੇ ਆਪਣਾ ਕੰਮ ਕੀਤਾ, ਬੋਡੀ ਨੇ ਤੁਹਾਨੂੰ ਪ੍ਰੋਟੈਕਟ ਕਰਨ ਲਈ ਕੋਲੇਸਟ੍ਰੋਲ ਨੂੰ ਵਧਾਇਆ, ਪਰ ਕਿਉਂ ਵਧੀ ਆ ਉਹਨੂੰ ਟ੍ਰੀਟ ਕਰੋ, ਨਾ ਕਿ ਕੋਲੇਸਟ੍ਰੋਲ ਨੂੰ। ਕਿਉਂਕਿ ਜੇ ਤੁਸੀਂ ਜਿਸ ਕਰਕੇ ਵਧੀ ਆ ਉਹਨੂੰ ਟ੍ਰੀਟ ਕਰ ਦਿਓਗੇ ਤਾਂ ਕੋਲੇਸਟ੍ਰੋਲ ਆਪਣੇ ਆਪ ਹੀ ਥੱਲੇ ਆ ਜਾਣੀ ਹੈ, ਬੋਡੀ ਨੂੰ ਜ਼ਿਆਦਾ ਐਫਰਟ ਕਰਨ ਦੀ ਲੋੜ ਨਹੀਂ ਪੈਣੀ। ਸੋ ਇਸ ਲਈ ਇਹ ਬਹੁਤ ਚੀਜ਼ ਇੰਪੋਰਟੈਂਟ ਹੈਗੀ ਆ ਕਿ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਹੈਗਾ ਆ। ਹਾਈ ਕੋਲੇਸਟ੍ਰੋਲ ਜਿਹੜਾ ਆ ਉਹ ਜਿੰਨੀਆਂ ਵੀ ਸਾਡੀਆਂ ਬਿਮਾਰੀਆਂ ਹੈਗੀਆਂ ਆ ਉਹਨਾਂ ਵਿੱਚ ਸਾਰੀਆਂ ਦੇ ਵਿੱਚ ਇਹ ਕੋਲੇਸਟ੍ਰੋਲ ਵੱਧ ਜਾਂਦੀ ਆ। ਇਸੇ ਕਰਕੇ ਕਿ ਇਹ ਜਿਹੜੇ ਚੈਲੰਜਸ ਹੈਗੇ ਆ ਉਹਨਾਂ ਨੂੰ ਕਾਊਂਟਰਐਕਟ ਕਰਨ ਦੇ ਲਈ ਕੋਲੇਸਟ੍ਰੋਲ ਦੀ ਲੋੜ ਹੁੰਦੀ ਹੈਗੀ।
ਕੋਲੇਸਟ੍ਰੋਲ ਕਿਹੜੀ ਆ, ਜਿੱਦਾਂ ਡਾਇਬਟੀਜ਼ ਹੈਗੀ ਆ, ਤੁਹਾਡੇ ਲਿਵਰ ਕਿਡਨੀ ਡਿਜ਼ੀਜ਼ ਹੈਗੀ ਆ, ਪੋਲੀਸਿਸਟਿਕ ਓਵਰੀ ਸਿੰਡਰੋਮ ਹੈਗਾ ਆ, ਪ੍ਰੈਗਨੈਂਸੀ ਹੈਗੀ ਆ, ਜਾਂ ਜਿਹੜੇ ਥਾਇਰਾਇਡ ਦੀ ਹਾਈਪੋਥਾਇਰਾਇਡਿਜ਼ਮ ਹੈਗਾ ਆ, ਜਾਂ ਜਿਹੜੀਆਂ ਡਰੱਗਸ ਹੈਗੀਆਂ ਆ LDL ਕੋਲੇਸਟ੍ਰੋਲ ਤੇ HDL ਨੂੰ ਥੱਲੇ ਕਰਦੀਆਂ ਹੈਗੀਆਂ, ਪ੍ਰੋਜੈਸਟਿਨਸ ਹੈ, ਐਨਾਬੋਲਿਕ ਸਟੀਰੋਇਡਸ ਹੈਗੇ ਆ ਤੇ ਕੋਰਟੀਕੋਸਟੀਰੋਇਡਸ ਹੈਗੇ ਆ, ਉਹਨਾਂ ਦੇ ਵਿੱਚ ਇਹ ਹਾਈ ਕੋਲੇਸਟ੍ਰੋਲ ਹੋ ਜਾਂਦੀ ਹੈਗੀ ਆ। ਸੋ ਇਸ ਕਰਕੇ ਜਿਹੜਾ ਕਾਜ਼ ਹੈਗਾ ਆ ਉਹਨੂੰ ਰਿਮੂਵ ਕਰਨਾ ਆ ਤੇ ਕੋਲੇਸਟ੍ਰੋਲ ਆਪਣੇ ਆਪ ਥੱਲੇ ਆ ਜਾਏਗੀ। ਸੋ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਹਰ ਇੱਕ ਇਨਸਾਨ ਨੂੰ ਸਮਝਣੀ ਬਹੁਤ ਜ਼ਰੂਰੀ ਹੈ। ਕੋਲੇਸਟ੍ਰੋਲ ਦੇ ਮੁਕਾਬਲੇ ਦੇ ਵਿੱਚ ਇਹ ਜ਼ਰੂਰ ਬਹੁਤ ਸਭ ਨੂੰ ਧਿਆਨ ਨਾਲ ਸੁਣਨ ਦੀ ਗੱਲ ਹੈਗੀ ਆ ਕਿ ਜਿਹੜਾ ਕਾਜ਼ ਹੈਗਾ ਆ, ਜਿਸ ਕਰਕੇ ਕੋਲੇਸਟ੍ਰੋਲ ਜ਼ਿਆਦਾ ਵੱਧਦੀ ਆ, ਉਹਨੂੰ ਟ੍ਰੀਟ ਕਰਨਾ ਆ ਤੇ ਕੋਲੇਸਟ੍ਰੋਲ ਆਪਣੇ ਥੱਲੇ ਆ ਜਾਣੀ ਆ। ਕੋਲੇਸਟ੍ਰੋਲ ਉਸ ਕਾਜ਼ ਕਰਕੇ ਵਧੀ ਹੈਗੀ ਆ, ਨਾ ਕਿ ਤੁਹਾਨੂੰ ਕੋਈ ਸ਼ੌਕ ਦੇਣ ਦੇ ਲਈ, ਨਾ ਕਿ ਤੁਹਾਨੂੰ ਕੋਈ ਤਕਲੀਫ ਦੇਣ ਦੇ ਲਈ। ਕੋਲੇਸਟ੍ਰੋਲ ਤੁਹਾਡੀ ਪ੍ਰੋਟੈਕਟਿਵ ਆ। ਤੁਹਾਨੂੰ ਜਦੋਂ ਬਾਡੀ ਨੂੰ ਲੋੜ ਪੈਂਦੀ ਆ ਕਿ ਤੁਹਾਡੇ ਅੰਦਰ ਕੋਈ ਗਲਤ ਚੀਜ਼ ਹੋ ਰਹੀ ਆ, ਫਿਰ ਤੁਹਾਡੀ ਪ੍ਰੋਟੈਕਸ਼ਨ ਦੇ ਲਈ ਕੋਲੇਸਟ੍ਰੋਲ ਵੱਧਦੀ ਆ। ਇਸ ਲਈ ਕੋਲੇਸਟ੍ਰੋਲ ਨੂੰ ਨਹੀਂ ਘਟਾਣਾ, ਜਿਹੜਾ ਕਾਜ਼ ਹੈਗਾ ਆ ਉਹਨੂੰ ਰਿਮੂਵ ਕਰਨਾ ਆ ਪਲੀਜ਼। ਹਾਈ ਕੋਲੇਸਟ੍ਰੋਲ ਦੇ ਰਿਸਕ ਨੂੰ ਕਿੱਦਾਂ ਕੰਟਰੋਲ ਕਰ ਸਕਦੇ ਆ? ਜੇ ਤੁਸੀਂ ਸੈਡੈਂਟਰੀ ਹੈਬਿਟਸ ਹੈਗੀਆਂ ਤਾਂ ਤੁਸੀਂ ਐਕਸਰਸਾਈਜ਼ ਸ਼ੁਰੂ ਕਰ ਦਿਓ। ਜੇ ਤੁਸੀਂ ਸਮੋਕ ਕਰਦੇ ਹੋ ਤੇ ਸਮੋਕਿੰਗ ਬੰਦ ਕਰ ਦਿਓ। ਜੇ ਤੁਹਾਡਾ weight ਜ਼ਿਆਦਾ ਆ ਤਾਂ ਉਹਨੂੰ weight ਨੂੰ ਕੰਟਰੋਲ ਕਰ ਲਓ। ਜੇ ਤੁਹਾਡੇ ਡਾਈਟ ਦੇ ਵਿੱਚ ਕੋਈ ਗਲਤ ਚੱਲ ਰਿਹਾ ਆ ਉਹਨੂੰ ਠੀਕ ਕਰ ਲਓ ਤੇ ਫਿਰ ਆਪਣੇ ਆਪ ਹੀ ਕੋਲੇਸਟ੍ਰੋਲ ਜਿਹੜੀ ਆ ਘਟ ਜਾਏਗੀ। ਬਲੱਡ ਪ੍ਰੈਸ਼ਰ ਤੇ ਹਾਈ ਬਲੱਡ ਸ਼ੂਗਰ ਜੇ ਤੁਹਾਡੇ ਹੈਗੀ ਆ ਉਹਨੂੰ ਕੰਟਰੋਲ ਕਰ ਲਓ ਤੇ ਕੋਲੇਸਟ੍ਰੋਲ ਆਪਣੇ ਆਪ ਥੱਲੇ ਆ ਜਾਏਗੀ। ਫਿਰ ਤੁਸੀਂ ਨਵੀਂ ਸਟ੍ਰੈਸ ਹੈਗਾ ਆ, ਜਿਹੜਾ ਸਟ੍ਰੈਸ ਜਿਹੜਾ ਕੋਲੇਸਟ੍ਰੋਲ ਨੂੰ ਜ਼ਿਆਦਾ ਕਰਦਾ ਹੈਗਾ ਆ, ਉਹ ਜੇ ਤੁਸੀਂ ਸਟ੍ਰੈਸ ਨੂੰ ਰਿਮੂਵ ਕਰ ਦਿਓਗੇ ਕੋਲੇਸਟ੍ਰੋਲ ਆਪਣੇ ਆਪ ਥੱਲੇ ਆ ਜਾਏਗੀ। ਫਿਰ ਜਿਹੜੀਆਂ ਟੇਕ ਯੂਰ ਮੈਡੀਕੇਸ਼ਨਸ ਐਜ਼ ਪ੍ਰਸਕ੍ਰਾਈਬ, ਇਹਨੂੰ ਕੰਟਰੋਲ ਕਰਨ ਲਈ, ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ ਨੋ ਮੈਡੀਸਨ। ਕੋਲੇਸਟ੍ਰੋਲ ਲਈ ਕੰਟਰੋਲ ਕਰਨ ਲਈ ਕਾਜ਼ ਨੂੰ ਰਿਮੂਵ ਕਰਨਾ ਆ, ਕੋਲੇਸਟ੍ਰੋਲ ਨੂੰ ਰਿਮੂਵ ਨਹੀਂ ਕਰਨਾ। ਇਹ ਤਾਂ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਗੱਲ ਹੋਈ ਆ ਕਿ ਕਿਤੇ ਅੱਗ ਲੱਗ ਗਈ ਆ ਤੇ ਜਿਹੜੇ ਅੱਗ ਬੁਝਾਉਣ ਵਾਲੇ ਉੱਥੇ ਤੁਸੀਂ ਫਾਇਰ ਬ੍ਰਿਗੇਡ ਨੂੰ ਆਰਡਰ ਕੀਤਾ ਆ ਕਿ ਉਹ ਆ ਕੇ ਤੁਹਾਡੀ ਅੱਗ ਬੁਝਾਉਣ, ਤੇ ਅਸੀਂ ਉਹਨਾਂ ਨੂੰ ਹੀ ਬਲੇਮ ਕਰ ਦਈਏ ਕਿ ਇਹਨਾਂ ਨੇ ਹੀ ਅੱਗ ਲਾਈ ਆ। that is funny। ਬਹੁਤ ਗਲਤ ਚੀਜ਼ ਹੈਗੀ ਆ। ਉਹ ਤਾਂ ਤੁਹਾਡੀ ਪ੍ਰੋਟੈਕਸ਼ਨ ਲਈ ਆਏ ਆ, ਉਹ ਤੁਹਾਡੀ ਅੱਗ ਬੁਝਾਉਣ ਲਈ ਆਏ ਆ। ਜੇ ਉਹਨਾਂ ਨੂੰ ਹੀ ਤੁਸੀਂ ਮਤਲਬ ਕਲਪ੍ਰਿਟ ਬਣਾਤਾ ਤਾਂ ਫਿਰ ਇਹ ਕਿੱਥੋਂ ਚੱਲੇਗਾ? ਦੈਟਸ ਵੈਰੀ ਬੈਡ। ਸੋ ਇਹ ਕੋਲੇਸਟ੍ਰੋਲ ਜਿਹੜੀ ਆ ਇਹ ਤੁਹਾਡੀ ਪ੍ਰੋਟੈਕਟਿਵ ਹੈਗੀ ਆ। ਜਿੰਨੀਆਂ ਵੀ ਆ ਮੈਂ ਚੀਜ਼ਾਂ ਦੱਸੀਆਂ, ਜੇ ਉਹਦੇ ਕਾਜ਼ ਨੂੰ ਤੁਸੀਂ ਰਿਮੂਵ ਕਰ ਦਿਓ, ਕੋਲੇਸਟ੍ਰੋਲ ਜਿਹੜੀ ਹੈਗੀ ਆ ਉਹ ਤੁਹਾਡਾ ਰਿਸਕ ਨੂੰ ਲੋਅਰ ਹੋ ਜਾਏਗਾ। ਸਿੰਪਲ। ਜਿਹੜੇ ਫੂਡਸ ਕੋਲੇਸਟ੍ਰੋਲ ਨੂੰ ਲੋਅਰ ਕਰਦੇ ਆ ਉਹ ਕਿਹੜੇ ਕਿਹੜੇ ਹੈਗੇ ਆ? ਓਟਸ, ਬਾਰਲੇ ਜਿਹੜੇ ਹੈਗੇ ਆ, ਜੌਂ ਵਗੈਰਾ, ਬੀਨਸ ਹੈਗੇ ਆ, ਐਗ ਪਲਾਂਟ, ਓਕਰਾ, ਭਿੰਡੀ ਵਗੈਰਾ ਹੈਗੇ ਆ, ਨਟਸ ਹੈਗੇ ਆ, ਵੈਜੀਟੇਬਲ ਆਇਲ, ਕਨੋਲਾ ਐਂਡ ਸਨਫਲਾਵਰ। ਇਹ ਇੱਥੇ ਬਹੁਤ ਗਲਤ ਲਿਖੇ ਹੋਏ ਹੈਗੇ ਆ, ਇਹ ਮੈਂ ਇਹਨਾਂ ਨੂੰ ਰਿਕਮੈਂਡ ਨਹੀਂ ਕਰਦਾ। ਇਹਦੇ ਲਈ ਇਹਨਾਂ ਦੇ ਇਹ ਜਿਹੜੇ ਆ ਸਾਰੇ ਰਿਫਾਈਨਡ ਆਇਲਸ ਹੈਗੇ ਆ, ਰਿਫਾਈਨਡ ਆਇਲ ਠੀਕ ਨਹੀਂ ਹੈ। ਫਰੂਟਸ, ਹਾਂ ਫਰੂਟਸ ਜਿਹੜੇ ਆ ਮੇਨਲੀ ਐਪਲਸ ਹੈਗੇ, ਗ੍ਰੇਪਸ ਹੈਗੇ, ਸਟ੍ਰਾਬੇਰੀਜ਼, ਸਿਟਰਸ ਹੈਗੇ ਆ, ਇਹ ਲੋਅਰ ਕਰਦੇ ਹੈਗੇ ਕੋਲੇਸਟ੍ਰੋਲ ਕਿਉਂਕਿ ਕਰਦੇ ਐਂਟੀਆਕਸੀਡੈਂਟਸ ਹੈਗੇ ਆ। ਸੋਏ ਤੇ ਸੋਏ ਪ੍ਰੋਡਕਟਸ ਹੈਗੇ ਆ, ਫੈਟੀ ਫਿਸ਼ ਹੈਗੀ ਆ, ਸੈਲਮਨ, ਟੂਨਾ, ਸਾਰਡਾਈਨਸ, ਇਹ ਇੰਪੋਰਟੈਂਟ ਹੈਗੇ ਆ। ਜਿਹੜੇ ਫੂਡਸ ਰਿਚ ਇਨ ਫਾਈਬਰ ਹੈਗੇ, ਖਾਸ ਕਰਕੇ ਵੈਜੀਟੇਬਲਸ ਹੈਗੇ ਆ, ਫਰੂਟਸ ਹੈਗੇ ਆ, ਉਹ ਕੋਲੇਸਟ੍ਰੋਲ ਨੂੰ ਘੱਟ ਕਰਦੇ ਹੈਗੇ ਆ। ਸੋ ਇਹ ਸਾਰੇ ਫੂਡ ਜਿਹੜੇ ਹੈਗੇ ਆ ਇਹਨਾਂ ਨਾਲ ਵੀ ਤੁਹਾਡੀ ਜਿਹੜੇ ਜਿੰਨੇ ਵੀ ਰਿਸਕ ਹੈਗੇ ਆ ਉਹ ਘਟ ਜਾਂਦੇ ਆ ਔਰ ਕੋਲੇਸਟ੍ਰੋਲ ਆਪਣੇ ਆਪ ਘਟ ਜਾਂਦੀ ਹੈਗੀ ਆ। ਜਿਹੜੇ ਬੈਡ ਫੂਡ ਹੈਗੇ ਆ, ਕਿਉਂਕਿ ਰੈੱਡ ਮੀਟ ਹੈਗਾ ਆ ਉਹ ਜ਼ਿਆਦਾ ਇੰਪੋਰਟੈਂਟ ਹੈਗਾ ਆ, ਤੁਹਾਡੀ ਕੋਲੇਸਟ੍ਰੋਲ ਵੀ ਵਧੇਗੀ ਔਰ ਤੁਹਾਡੇ ਰਿਸਕ ਵੀ ਵਧਣਗੇ। ਫੁੱਲ ਫੈਟ ਡੇਅਰੀ ਜਿਹੜੀ ਹੈਗੀ ਆ ਉਹ ਵੀ, ਕਿਉਂਕਿ ਕੋਲੇਸਟ੍ਰੋਲ ਹੁੰਦੀ ਆ, ਥੋੜੀ ਬਹੁਤ ਕੋਲੇਸਟ੍ਰੋਲ ਉਹਦੇ ਨਾਲ ਵੱਧ ਜਾਂਦੀ ਹੈਗੀ ਆ, ਪਰ ਅਸੀਂ ਜਿਹੜੀ ਸੈਚੂਰੇਟਡ ਫੈਟ ਆ ਉਹਨੂੰ ਅਸੀਂ ਨਕਾਰਦੇ ਨਹੀਂ ਹੈ। ਸੈਚੂਰੇਟਡ ਫੈਟ ਤੁਹਾਡੇ ਲਈ ਗੁੱਡ ਹੈਗੀ ਆ, ਉਹਨੂੰ ਤੁਸੀਂ ਲੈ ਸਕਦੇ ਹੈਗੇ ਆ। ਤੇ ਮਾਰਜਰੀਨ ਹੈਗੀ ਆ, ਦੈਟ ਇਜ਼ ਬੈਡ। ਮਾਰਜਰੀਨ ਜਿਹੜੀ ਹੈਗੀ ਆ ਉਹ ਨਹੀਂ ਚਾਹੀਦੀ। ਹਾਈਡਰੋਜਨੇਟਡ ਆਇਲਸ ਜਿਹੜੇ ਹੈਗੇ ਆ ਉਹ ਨਹੀਂ ਠੀਕ ਹੈਗੇ ਆ।
ਜਾਂ ਜਿਹੜੇ ਬੇਕਡ ਗੁੱਡਸ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਫੈਟ ਹੈਗੀ ਆ ਉਹ ਠੀਕ ਨਹੀਂ ਹੁੰਦੀ। ਇਸ ਲਈ ਇਹਨਾਂ ਨੂੰ ਅਸੀਂ ਯੂਜ਼ ਨਹੀਂ ਕਰਨਾ ਚਾਹੀਦਾ। ਬੇਕਰੀ ਦੇ ਪ੍ਰੋਡਕਟ ਜਿੰਨੇ ਵੀ ਹੈਗੇ ਆ ਉਹ ਸਾਰੇ ਸਾਡੀ ਬੋਡੀ ਲਈ ਬੈਡ ਹੈਗੇ ਆ। ਇੱਕ ਸਟੱਡੀ ਹੈ, controversial report claims there is no link between bad cholesterol and heart disease. The Daily Mail reports, while the Times states bad cholesterol helps you live longer. ਇਹ ਜਿਹੜੀ ਡੇਲੀ ਮੇਲ ਜਿਹੜੀ ਅਖਬਾਰ ਹੈਗੀ ਆ ਉਹਦੇ ਵਿੱਚ ਔਰ ਟਾਈਮਸ ਵਿੱਚ ਇਹ ਖਬਰ ਛਪੀ ਆ ਕਿ ਜਿਹੜੀ ਬੈਡ ਕੋਲੇਸਟ੍ਰੋਲ ਜਿਹਨੂੰ ਸੋ ਕਾਲਡ ਬੈਡ ਕਹਿੰਦੇ ਹੈਗੇ ਆ ਉਹ ਤੁਹਾਨੂੰ ਜ਼ਿਆਦਾ ਜ਼ਿੰਦਗੀ ਦਿੰਦੀ ਹੈਗੀ ਆ। A headlines based on new review which aim to gather evidence from previous observational studies on whether LDL so-called bad cholesterol were linked with mortality in older adults aged over 60. The conventional view is that having high LDL, conventional view ਕੀ ਆ ਕਿ ਜਿਹੜੀ high LDL cholesterol levels ਹੈਗੇ ਆ ਉਹ ਤੁਹਾਡੇ cardiovascular disease ਤੇ heart disease ਲਈ ਹੁੰਦੇ ਆ, ਪਰ ਇਹ ਨਹੀਂ ਹੈ। ਇਹ ਹੈਡਲਾਈਨ ਛਪੀ ਆ ਤੁਹਾਡੇ। ਰਿਸਰਚਰ ਜਿਹੜੇ ਸੀ ਉਹਨਾਂ ਨੇ 30 ਸਟੱਡੀਜ਼ ਕੀਤੀਆਂ, 28 ਸਟੱਡੀਜ਼ ਜਿਹੜੀਆਂ ਆ ਉਹ ਉਹਨਾਂ ਨੇ ਦੇਖਿਆ ਕਿ ਜਿਹਨਾਂ ਦੀ ਡੈਥ ਹੋ ਜਾਂਦੀ ਆ ਉਹਦਾ ਕਾਜ਼ ਕੀ ਹੈ। ਉਹਨਾਂ ਵਿੱਚੋਂ 12 ਸਟੱਡੀਜ਼ ਨੇ ਕੋਈ ਵੀ ਲਿੰਕ ਜਿਹੜਾ ਸੀ LDL ਦੇ ਨਾਲ ਤੇ ਡੈਥ ਦੇ ਨਾਲ ਨਹੀਂ ਪਾਇਆ, ਪਰ ਜਿਹੜੀਆਂ 16 ਐਕਚੁਅਲੀ ਫਾਊਂਡ ਦੈਟ ਲੋਅਰ LDL, 16 ਸਟੱਡੀਜ਼ ਦੇ ਵਿੱਚ ਇਹ ਪਾਇਆ ਕਿ ਜਿਨ੍ਹਾਂ ਦੀ LDL ਲੋਅਰ ਸੀ, ਘੱਟ ਸੀ, ਉਹ ਜ਼ਿਆਦਾ ਮੋਰਟੈਲਿਟੀ ਰਿਸਕ ਸੀ। ਇਹ ਆਪੋਜ਼ਿਟ ਸੀ ਜਿਹੜਾ ਕਿ ਐਕਸਪੈਕਟਡ ਸੀ। ਮਤਲਬ ਜ਼ਿਆਦਾ LDL ਤਾਂ ਸ਼ੂਗਰ LDL ਕੋਲੇਸਟ੍ਰੋਲ ਜਿਹੜੀ ਹੈਗੀ ਆ ਉਹ ਤਾਂ ਮੋਰਟੈਲਿਟੀ ਜ਼ਿਆਦਾ ਕਰ ਸਕਦੀ ਆ, ਜਿਹੜਾ ਕਿ ਵਿਊ ਬਣਾਇਆ ਗਿਆ ਹੈ ਪਬਲਿਕ ਵੱਲੋਂ, ਡਾਕਟਰਸ ਵੱਲੋਂ। ਪਰ ਜਿਹੜੀ ਸਟੱਡੀ ਨੇ ਸ਼ੋ ਕੀਤਾ ਕਿ ਜਿਨ੍ਹਾਂ ਦੀ LDL ਘੱਟ ਸੀ, ਜਿਨ੍ਹਾਂ ਨੂੰ ਦਵਾਈਆਂ ਦੇ ਕੇ ਸਟੈਟਿਨਸ ਦੇ ਕੇ LDL ਘਟਾਈ ਸੀ, ਉਹਨਾਂ 16 ਸਟੱਡੀਜ਼ ਦੇ ਵਿੱਚ ਹਾਇਰ ਮੋਰਟੈਲਿਟੀ ਰਿਸਕ ਸੀ, ਮਰਨ ਦੇ ਵਿੱਚ, ਉਹਨਾਂ ਦੀ ਡੈਥ ਦੇ ਵਿੱਚ ਜ਼ਿਆਦਾ ਰੋਲ ਸੀ ਲੋਅਰ LDL ਦਾ। ਇਹਦਾ ਕੀ ਮਤਲਬ ਆ? ਇਹਦਾ ਮਤਲਬ ਇਹ ਆ ਕਿ ਜਿਹੜੀ ਹਾਇਰ LDL ਸੀ ਉਹ ਤੁਹਾਡੀ ਪ੍ਰੋਟੈਕਟਿਵ ਆ, ਉਹ ਤੁਹਾਨੂੰ ਜ਼ਿੰਦਗੀ ਦਿੰਦੀ ਹੈਗੀ ਆ, ਜ਼ਿਆਦਾ ਜ਼ਿੰਦਗੀ ਦਿੰਦੀ ਹੈਗੀ ਆ। ਇਸ ਲਈ LDL ਕੋਲੇਸਟ੍ਰੋਲ ਤੋਂ ਵੀ ਇਹਨੂੰ ਵੀ ਸੋ ਕਾਲਡ ਬੈਡ ਕਹਿੰਦੇ ਆ, ਇਹਨੂੰ ਕੋਈ ਇਹ ਬੈਡ ਕੋਲੇਸਟ੍ਰੋਲ ਨਹੀਂ ਹੈ। ਕੋਲੇਸਟ੍ਰੋਲ ਐਂਡ ਹਾਰਟ ਅਟੈਕ, ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈਗੀ ਆ ਜਿਹੜੀ ਕਿ ਤੁਹਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਕੋਲੇਸਟ੍ਰੋਲ ਨੂੰ ਬਹੁਤ ਹੀ ਗੰਦੇ ਖਿਆਲਾਂ ਨਾਲ ਦੇਖਿਆ ਜਾਂਦਾ ਹੈ ਕਿ ਹਾਰਟ ਦੇ ਲਈ ਬਹੁਤ ਭੈੜੀ ਹੈਗੀ ਆ, ਇਹਨੂੰ ਅਸੀਂ ਬਿਲਕੁਲ ਨਹੀਂ ਲੈਣਾ, ਕੋਲੇਸਟ੍ਰੋਲ ਨਹੀਂ ਵਰਤਣੀ। ਕੋਲੇਸਟ੍ਰੋਲ ਦੀਆਂ ਦਵਾਈਆਂ ਖਾ ਕੇ ਅਸੀਂ ਜੇ ਥੋੜੀ ਜਿਹੀ ਵੀ ਵੱਧ ਜਾਂਦੀ ਆ ਤਾਂ ਲੋਕ ਰਿਪੋਰਟਾਂ ਲੈ ਕੇ ਆ ਜਾਂਦੇ ਆ ਔਰ ਬਹੁਤ ਜ਼ਿਆਦਾ ਮਤਲਬ ਕਰਦੇ ਹੈਗੇ ਆ। ਐਕਸਕਿਊਜ਼ ਮੀ, ਹੈਲੋ, ਮੈਂ ਬਾਅਦ ਚ ਗੱਲ ਕਰਦਾ ਵੈਬੀਨਾਰ ਦੇ ਵਿੱਚ। ਕੋਲੇਸਟ੍ਰੋਲ ਤੇ ਹਾਰਟ ਅਟੈਕ, ਤੁਸੀਂ ਇੱਕ ਗਾਰਡਨ ਹੋਜ਼ ਪਾਈਪ ਦੇਖਿਆ ਹੋਏਗਾ, ਜਿਹੜਾ ਕਿ ਗਾਰਡਨ ਦੇ ਵਿੱਚ ਪਾਈਪ ਲਗਾਇਆ ਹੁੰਦਾ ਜਿਹੜਾ ਪਾਣੀ ਦਿੰਦੇ ਆ। ਪਾਣੀ ਦੇ ਮਤਲਬ ਇਹ ਆ ਕਿ ਜਦੋਂ ਉਹ ਰਸਤੇ ਦੇ ਵਿੱਚ ਦੀ ਲੰਘ ਰਿਹਾ ਹੁੰਦਾ ਤਾਂ ਜਦੋਂ ਵਹੀਕਲਸ ਉਹਦੇ ਉੱਤੇ ਦੀ ਲੰਘਦੇ ਹੈਗੇ ਆ ਤਾਂ ਉਹਦੇ ਨਾਲ ਕੀ ਹੁੰਦਾ ਆ ਕਿ ਉਹਦੇ ਵਿੱਚ ਕਰੈਕਸ ਆ ਜਾਂਦੇ ਆ ਤੇ ਉਹਦੇ ਵਿੱਚੋਂ ਲੀਕੇਜ ਸਟਾਰਟ ਹੋ ਜਾਂਦੀ ਆ। ਇਸ ਲਈ ਜਦੋਂ ਅਸੀਂ ਰਸਤੇ ਦੇ ਵਿੱਚ ਕੋਈ ਵੀ ਪਾਈਪ ਜਿਹੜਾ ਹੋਸ ਪਾਈਪ ਹੈਗਾ ਆ ਉਹਨੂੰ ਰੱਖਦੇ ਨਹੀਂ ਹੈ। ਇਹੀ ਹਾਲਤ ਸਾਡੀਆਂ ਕੋਰਨਰੀ ਆਰਟਰੀ ਜਿਹੜੀਆਂ ਹਾਰਟ ਦੀਆਂ ਵੈਸਲਸ ਹੈਗੀਆਂ, ਆਰਟਰੀਜ਼ ਹੈਗੀਆਂ ਆ, ਉਹਨਾਂ ਦੇ ਨਾਲ ਵਾਪਰਦਾ ਹੈਗਾ ਆ। ਕਿਉਂਕਿ ਸਾਡਾ ਜਿਹੜਾ ਹਾਰਟ ਹੈਗਾ ਆ ਉਹ ਕੰਟੀਨਿਊਸਲੀ ਮਤਲਬ ਸਿਸਟਲੀ ਚ ਆ ਜਾਂਦਾ, ਡਾਇਸਟਲੀ ਚ ਆ ਜਾਂਦਾ, ਸਿਸਟਲੀ ਚ ਆ ਜਾਂਦਾ, ਡਾਇਸਟਲੀ, ਕੰਟੀਨਿਊਸਲੀ ਪੰਪ ਕਰਦਾ ਹੈਗਾ। ਔਰ ਜਦੋਂ ਉਹ ਪੰਪ ਕਰਦਾ ਤੇ ਉਹਦੇ ਵਿਚਲੀਆਂ ਜਿਹੜੀਆਂ ਆਰਟਰੀਜ਼ ਹੈਗੀਆਂ ਉਹਨਾਂ ਤੇ ਕੰਟੀਨਿਊਸਲੀ ਸਟ੍ਰੈਸ ਪੈਂਦਾ ਹੈਗਾ। ਔਰ ਜਿੱਦਾਂ ਵਹੀਕਲ ਉੱਪਰ ਦੀ ਲੰਘਦੇ ਹੈਗੇ ਹਾਊਸ ਪਾਈਪ ਦੇ ਉੱਤੇ ਔਰ ਉਹਨੂੰ ਕਰੈਕਸ ਆ ਜਾਂਦੇ ਆ,
ਇਸੇ ਤਰੀਕੇ ਦੇ ਨਾਲ ਜਿਹੜੀਆਂ ਉਹ ਆਰਟਰੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਕ੍ਰੈਕਸ ਆ ਜਾਂਦੇ ਹੈਗੇ ਆ। ਨਾਰਮਲੀ ਕ੍ਰੈਕਸ ਨਹੀਂ ਆਉਂਦੇ ਕਿਉਂਕਿ ਸਾਡੀ ਬਾਡੀ ਦੇ ਵਿੱਚ ਇਹ ਜਿਹੜੀ ਮਤਲਬ ਜਿਹੜੀਆਂ ਵੈਸਲਸ ਬਣੀਆਂ ਆ ਉਹਨਾਂ ਦੇ ਵਿੱਚ ਇਲਾਸਟਿਨ ਹੁੰਦੀ ਆ ਤੇ ਉਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈਗੀ ਆ, ਭੁੱਲ ਗਿਆ ਮੈਂ, ਸੌਰੀ। ਉਹ ਵਿਟਾਮਿਨ ਸੀ ਕਰਕੇ ਹੁੰਦੀਆਂ ਹੈਗੀਆਂ ਆ। ਉਹ ਜਿਨ੍ਹਾਂ ਦੇ ਬਾਡੀ ਦੇ ਵਿੱਚ ਵਿਟਾਮਿਨ ਸੀ ਪੂਰਾ ਹੁੰਦਾ ਆ ਉਹਨਾਂ ਦੇ ਵਿੱਚ ਉਹ ਇਲਾਸਟਿਸਿਟੀ ਜਿਹੜੀ ਹੈਗੀ ਆ ਉਹ ਪ੍ਰੋਪਰ ਹੁੰਦੀ ਹੈਗੀ ਆ, ਔਰ ਉਹਦੇ ਨਾਲ ਉਹ ਜਿਹੜੀਆਂ ਵੈਸਲਸ ਹੈਗੀਆਂ ਆ ਉਹ ਮਤਲਬ ਕ੍ਰੈਕ ਨਹੀਂ ਆਉਂਦੇ ਉਹਦੇ ਵਿੱਚ। ਭਾਵੇਂ ਜਿੰਨਾ ਮਰਜ਼ੀ 80 ਸਾਲ 100 ਸਾਲ ਹਾਰਟ ਜਿਹੜਾ ਹੈਗਾ ਆ ਉਹ ਪੰਪ ਕਰਦਾ ਹੈਗਾ ਆ, ਫਿਰ ਵੀ ਉਹਦੇ ਵਿੱਚ ਕੋਈ ਖਰਾਬੀ ਨਹੀਂ ਆਉਂਦੀ। ਪਰ ਜੇ ਤੁਹਾਡੀ ਬਾਡੀ ਦੇ ਵਿੱਚ ਵਿਟਾਮਿਨ ਸੀ ਦੀ ਕਮੀ ਹੈਗੀ ਆ ਤਾਂ ਉਹ ਇਲਾਸਟਿਨ ਜਿਹੜੀ ਹੈਗੀ ਆ ਉਹ ਮਤਲਬ ਇਲਾਸਟਿਸਿਟੀ ਨਹੀਂ ਦਿੰਦੀ, ਵੈਸਲਸ ਨੂੰ ਇਲਾਸਟਿਸਿਟੀ ਨਹੀਂ ਦਿੰਦੀ, ਔਰ ਉਹਦੇ ਵਿੱਚ ਉਹ ਤਰੇੜਾਂ ਆ ਜਾਂਦੀਆਂ ਹੈਗੀਆਂ ਆ। ਔਰ ਤਰੇੜਾਂ ਆ ਜਾਂਦੀਆਂ ਆ, ਵਿਟਾਮਿਨ ਸੀ ਤੁਹਾਡੀ ਬਾਡੀ 'ਚ ਹੈ ਨਹੀਂ, ਉਹ ਫਿਰ ਬਾਡੀ ਕੀ ਕਰਦੀ ਆ ਉਹਦੀ ਪ੍ਰੋਟੈਕਸ਼ਨ ਦੇ ਲਈ ਇੱਕ ਹੋਰ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਹੈਗੀ ਆ ਉਹ ਭੇਜਦੀ ਹੈਗੀ ਆ। ਉਹ ਸੈਕੰਡ ਲਾਈਨ ਆਫ ਡਿਫੈਂਸ ਕੀ ਹੈ ਕਿ ਉਹ ਹੈ ਤੁਹਾਡੀ ਕੋਲੇਸਟ੍ਰੋਲ। ਉਹ ਕੋਲੇਸਟ੍ਰੋਲ ਜਿਹੜੀ ਹੈਗੀ ਆ ਉਹ ਫਿਰ ਉਹਦੇ ਵਿੱਚ ਕੀ ਕਰਦੀ ਹੈਗੀ ਆ, ਉਹਦੇ ਉੱਤੇ ਪਲਾਸਟਰ ਕਰ ਜਾਂਦੀ ਹੈਗੀ ਆ। ਜਿੱਥੇ ਅੰਦਰਲੇ ਪਾਸੇ ਜਿੱਥੇ ਕ੍ਰੈਕਸ ਆਏ ਹੁੰਦੇ ਆ ਉਹਦੇ ਵਿੱਚ ਪਲਾਸਟਰ ਜਿੱਦਾਂ ਹੋ ਜਾਂਦਾ, ਇਸ ਤਰ੍ਹਾਂ ਉਹ LDL ਕੋਲੇਸਟ੍ਰੋਲ ਜਿਹੜੀ ਹੈਗੀ ਆ ਉਹਦੇ ਵਿੱਚ ਪਲਾਸਟਰ ਲਾ ਕੇ ਉਹ ਜਿਹੜੇ ਕ੍ਰੈਕਸ ਹੈਗੇ ਆ ਉਹਨਾਂ ਨੂੰ ਭਰ ਦਿੰਦੀ ਹੈਗੀ ਆ। ਇੱਥੇ ਤੱਕ ਤਾਂ ਬਿਲਕੁਲ ਸਹੀ ਹੈਗਾ ਕਿ ਜੇ ਤੁਹਾਡੇ ਕਿਉਂਕਿ ਜੇ ਉਹ ਪਲਾਸਟਰ ਨਾ ਕਰੇ ਤਾਂ ਤੁਹਾਡੇ ਬਾਡੀ ਵਿੱਚ ਉਹ ਬਲੱਡ ਜਿਹੜਾ ਉਹ ਲੀਕ ਹੋ ਜਾਏਗਾ, ਬਾਹਰ ਚਲ ਜਾਏਗਾ ਤੇ ਤੁਹਾਡੀ ਇੱਕਦਮ ਡੈਥ ਵੀ ਹੋ ਸਕਦੀ ਹੈਗੀ ਆ। ਪਰ ਇਹ ਬਾਡੀ ਦਾ ਜਿਹੜਾ ਪ੍ਰੋਟੈਕਟਿਵ ਮੈਕੈਨਿਜ਼ਮ ਹੈਗਾ ਅੰਦਰਲਾ ਉਹ ਤੁਹਾਡਾ ਕੰਮ ਆ ਗਿਆ ਔਰ ਉਹਨੇ ਤੁਹਾਨੂੰ ਪ੍ਰੋਟੈਕਸ਼ਨ ਕਰ ਦਿੱਤੀ ਔਰ ਤੁਸੀਂ ਬਚ ਗਏ। ਹੁਣ ਰੋਲ ਆਂਦਾ ਆ ਤੁਹਾਡੇ ਫ੍ਰੀ ਰੈਡੀਕਲਸ ਦਾ। ਫ੍ਰੀ ਰੈਡੀਕਲਸ ਕੀ ਹੁੰਦੇ ਆ? ਇਹ ਤੁਹਾਡੇ ਸਰੀਰ ਦੇ ਵਿੱਚ ਜ਼ਹਿਰਾਂ ਬਣਦੀਆਂ ਹੈਗੀਆਂ ਆ। ਉਹ ਜ਼ਹਿਰਾਂ ਕਿੱਦਾਂ ਬਣ ਜਾਂਦੀਆਂ ਹੈਗੀਆਂ ਆ? ਉਹ ਫ੍ਰੀ ਰੈਡੀਕਲਸ ਕੀ, ਆਕਸੀਜਨ ਜਿਹੜੀ ਹੈਗੀ ਆ, ਆਕਸੀਜਨ ਦਾ ਫ੍ਰੀ ਰੈਡੀਕਲ ਹੁੰਦਾ ਆ। ਉਹ ਜਿਹੜੀ ਵੀ ਚੀਜ਼ ਨੂੰ ਟੱਚ ਕਰਦਾ ਆ ਉਹਨੂੰ ਫਿਰ ਆਕਸੀਡਾਈਜ਼ ਕਰ ਦਿੰਦਾ ਹੈ। ਜਿੱਦਾਂ ਕਿ ਸਾਡਾ ਜਿਹੜਾ ਅਸੀਂ ਕੋਈ ਵੀ ਲੋਹੇ ਦੀ ਚੀਜ਼ ਰੱਖਦੇ ਆ ਉਹਨੂੰ ਜੰਗ ਲੱਗ ਜਾਂਦਾ ਹੈਗਾ ਆ। ਜੰਗ ਲੱਗਣ ਦਾ ਮਤਲਬ ਕੀ ਹੈ ਕਿ ਆਇਰਨ ਜਿਹੜਾ ਆ ਆਕਸੀਡਾਈਜ਼ ਹੋ ਗਿਆ। ਬਾਹਰਲੀ ਆਕਸੀਜਨ ਦੇ ਨਾਲ ਜਿਹੜਾ ਲੋਹਾ ਹੈਗਾ ਆ ਉਹਦੇ ਨਾਲ ਜ਼ੰਗ ਲੱਗ ਜਾਂਦਾ, ਉਹਨੂੰ ਅਸੀਂ ਆਕਸੀਡੇਸ਼ਨ ਕਹਿੰਦੇ ਆ, ਆਕਸੀਡਾਈਜ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਆਕਸੀਜਨ ਸਾਡੇ ਅੰਦਰ ਹੁੰਦੀ ਆ ਉਹਦੇ ਜਿਹੜੇ ਫ੍ਰੀ ਰੈਡੀਕਲਸ ਹੈਗੇ ਆ ਉਹ ਸਾਡੀ ਬਾਡੀ ਦੇ ਕਿਸੇ ਵੀ ਚੀਜ਼ ਦੇ ਨਾਲ, ਜੇ ਉਹ ਪ੍ਰੋਟੀਨ ਦੇ ਨਾਲ ਲੱਗ ਜਾਂਦੇ ਆ ਉਹਨੂੰ ਆਕਸੀਡਾਈਜ਼ ਕਰ ਦਿੰਦੇ ਆ, ਜੇ ਉਹ ਸਾਡੇ ਕਿਸੇ ਟਿਸ਼ੂ ਨਾਲ ਕਰਦੇ ਆ ਉਹਨੂੰ ਆਕਸੀਡਾਈਜ਼ ਕਰ ਦਿੰਦੇ ਆ, ਕਿਸੇ ਫੈਟ ਨੂੰ ਕਰ ਦਿੰਦੇ ਆ, ਕਿਤੇ ਵੀ ਜਾ ਕੇ। ਕਿਉਂਕਿ ਫ੍ਰੀ ਰੈਡੀਕਲ ਜਿਹੜੇ ਆ ਇਹ ਬਹੁਤ ਜ਼ਿਆਦਾ ਰਿਐਕਟਿਵ ਹੁੰਦੇ, ਇਹਨੂੰ ਅਸੀਂ ਰਿਐਕਟਿਵ ਆਕਸੀਜਨ ਸਪੀਸ਼ੀਜ਼ ਕਹਿੰਦੇ, ROS ਕਹਿੰਦੇ ਹੈਗੇ ਆ। ਕਿਉਂਕਿ ਜਿਹੜੀ ਚੀਜ਼ ਦੇ ਨਾਲ ਵੀ ਇਹ ਜਾ ਕੇ ਲੱਗਦੇ ਆ ਉਹਨੂੰ ਆਕਸੀਡਾਈਜ਼ ਕਰ ਦਿੰਦੇ ਹੈਗੇ ਆ। ਸੋ ਇਹ ਜਿਹੜੇ ਪ੍ਰੋਬਲਮ ਹੁਣ ਇੱਥੇ ਸਟਾਰਟ ਹੁੰਦੀ ਹੈਗੀ ਆ। ਇਹ ਫ੍ਰੀ ਰੈਡੀਕਲਸ ਜਿਹੜੇ ਹੈਗੇ ਆ ਇਹ ਪੈਦਾ ਕਿੱਦਾਂ ਹੁੰਦੇ ਆ ਸਾਡੀ ਬਾਡੀ ਦੇ ਵਿੱਚ? ਜੇ ਤੁਸੀਂ ਅੰਡਰ ਸਟ੍ਰੈਸ ਹੈਗੇ ਆ ਤਾਂ ਇਹ ਜ਼ਿਆਦਾ ਪੈਦਾ ਹੁੰਦੇ ਆ। ਜੇ ਤੁਸੀਂ ਡਰਿੰਕ ਕਰਦੇ ਆ ਜ਼ਿਆਦਾ ਉਹਦੇ ਨਾਲ ਪੈਦਾ ਹੁੰਦੇ ਆ। ਜੇ ਤੁਸੀਂ ਸਮੋਕਿੰਗ ਕਰਦੇ ਆ ਉਹਦੇ ਨਾਲ ਜ਼ਿਆਦਾ ਪੈਦਾ ਹੁੰਦੇ ਆ। ਜੇ ਤੁਸੀਂ ਫਾਸਟ ਫੂਡ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਲੈਂਦੇ ਆ ਉਹਦੇ ਨਾਲ ਜ਼ਿਆਦਾ ਹੁੰਦੇ ਆ। ਜੇ ਤੁਹਾਡੇ ਬਾਡੀ ਦੇ ਵਿੱਚ ਕੋਈ ਇਨਫੈਕਸ਼ਨ ਹੈਗੀ ਆ ਉਹਦੇ ਨਾਲ ਜ਼ਿਆਦਾ ਪੈਦਾ ਹੁੰਦੇ ਆ। ਜੇ ਤੁਸੀਂ ਪ੍ਰੋਸੈਸਡ ਫੂਡ ਲੈਂਦੇ ਹੈਗੇ ਆ ਉਹਦੇ ਨਾਲ ਜ਼ਿਆਦਾ ਹੁੰਦੇ ਆ। ਜੇ ਤੁਹਾਡੇ ਬਾਡੀ ਦੇ ਵਿੱਚ ਕਈ ਤਰ੍ਹਾਂ ਦੀਆਂ ਨਿਊਟ੍ਰੀਐਂਟ ਡੈਫੀਸ਼ੀਐਂਸੀ ਆ ਉਹਦੇ ਕਰਕੇ ਹੋ ਜਾਂਦੇ ਆ। ਜੇ ਤੁਹਾਡੀ ਐਕਸਰਸਾਈਜ਼ ਨਹੀਂ ਕਰਦੇ, ਤੁਸੀਂ ਸੈਡੈਂਟਰੀ ਹੈਬਿਟਸ ਹੈਗੀਆਂ, ਬੈਠੇ ਰਹਿੰਦੇ ਆ, ਮੂਵਮੈਂਟ ਨਹੀਂ ਹੈ, ਤਾਂ ਹੋ ਜਾਂਦੇ ਹੈਗੇ ਆ। ਜੇ ਤੁਸੀਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਲਈ ਆ ਕਿਸੇ ਵੇਲੇ ਉਹਦੇ ਨਾਲ ਵੀ ਤੁਹਾਡੇ ਫ੍ਰੀ ਰੈਡੀਕਲ ਜ਼ਿਆਦਾ ਵੱਧ ਜਾਂਦੇ ਆ। ਸੈਡੈਂਟਰੀ ਹੈਬਿਟਸ ਜਿਹੜੀਆਂ ਹੈਗੀਆਂ ਉਹਦੇ ਨਾਲ ਵੀ ਹੋ ਜਾਂਦੀ ਹੈਗੀ ਆ। ਜੇ ਤੁਹਾਡੇ ਓਬੈਸਿਟੀ ਹੈਗੀ ਆ, ਜੇ ਤੁਹਾਡੇ ਭਾਰ ਜ਼ਿਆਦਾ ਹੈਗਾ ਆ ਉਹਦੇ ਨਾਲ ਵੀ ਹੋ ਜਾਂਦੇ ਆ। ਜੇ ਤੁਹਾਨੂੰ ਡਾਇਬਟੀਜ਼ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਆ ਮੈਟਾਬੋਲਿਕ, ਉਹਦੇ ਨਾਲ ਵੀ ਹੋ ਜਾਂਦੇ ਆ। ਜੇ ਓਵਰਵੇਟ ਹੈਗਾ ਉਹਦੇ ਨਾਲ ਵੀ ਹੋ ਜਾਂਦੇ ਆ। ਜੇ ਤੁਹਾਡੀ ਏਜ ਜ਼ਿਆਦਾ ਹੈਗੀ ਆ
ओल्ड एज ਦੇ ਵਿੱਚ ਵੀ ਜ਼ਿਆਦਾ ਫ੍ਰੀ ਰੈਡੀਕਲਸ ਵੱਧ ਜਾਂਦੇ ਆ, ਜਾਂ ਫਿਰ ਪੋਸਟ ਮੀਨੋਪਾਜ਼ਲ ਲੇਡੀਜ਼ ਹੈ ਜਿਨ੍ਹਾਂ ਦੇ ਮੀਨੋਪਾਜ਼ ਤੋਂ ਉੱਪਰ ਏਜ ਹੋ ਗਈ ਆ, ਉਹਨਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ, ਇਹ ਕਾਜ਼ ਹੈਗੇ ਆ ਤੁਹਾਡੇ ਫ੍ਰੀ ਰੈਡੀਕਲ ਬਣਨ ਦੇ। ਔਰ ਇਹ ਫ੍ਰੀ ਰੈਡੀਕਲ ਜਿਹੜੇ ਹੈਗੇ ਆ, ਇਹ ਤੁਹਾਡੀ ਬੋਡੀ ਦੇ ਵਿੱਚ ਅਸਰ ਕਰਦੇ ਹੈਗੇ ਆ। ਇਹ ਕੀ ਕਰਦੇ ਹੈਗੇ ਆ? ਇਹ ਫ੍ਰੀ ਰੈਡੀਕਲਸ ਜਿਹੜੇ ਹੈਗੇ ਆ, ਜਦੋਂ ਤੁਹਾਡੀ ਬੋਡੀ ਦੇ ਵਿੱਚ ਬਲੱਡ ਸਰਕੂਲੇਸ਼ਨ ਦੇ ਵਿੱਚ ਆ ਜਾਂਦੇ ਹੈਗੇ ਆ, ਤੇ ਇਹ ਜਿਹੜਾ ਉਹ ਪਲਾਸਟਡ ਕੋਲੇਸਟ੍ਰੋਲ LDL ਦੀ ਲੇਅਰ ਹੈਗੀ ਆ, ਉਹਨੂੰ ਆਕਸੀਡਾਈਜ਼ ਕਰ ਦਿੰਦੇ ਆ। ਆਕਸੀਡਾਈਜ਼ ਕਿੱਦਾਂ ਕਰ ਦਿੰਦੇ ਆ? ਜਿੱਦਾਂ ਇੱਕ ਲੋਹੇ ਦਾ ਟੁਕੜਾ ਜਿਹੜਾ ਹੈਗਾ ਉਹਨੂੰ ਜ਼ੰਗ ਲੱਗ ਜਾਂਦਾ ਹੈਗਾ ਆ, ਇਸੇ ਤਰੀਕੇ ਦੇ ਨਾਲ ਇਹ ਜਿਹੜੇ ਫ੍ਰੀ ਰੈਡੀਕਲ ਹੈਗੇ ਆ ਉਹਨੂੰ ਆਕਸੀਡਾਈਜ਼ ਕਰ ਦਿੰਦੇ ਹੈਗੇ ਆ। ਜਦੋਂ ਆਕਸੀਡਾਈਜ਼ਡ ਕੋਲੇਸਟ੍ਰੋਲ ਹੋ ਜਾਂਦੀ ਆ, ਉਹ ਫਿਰ ਆਪਣੇ ਆਲੇ ਦੁਆਲੇ ਸੋਜ ਪੈਦਾ ਕਰ ਦਿੰਦੀ ਹੈਗੀ ਆ ਆਰਟਰੀਜ਼ ਦੇ ਵਿੱਚ। ਉਹਦੇ ਨਾਲ ਕੀ ਹੁੰਦਾ ਆ? ਜਦੋਂ ਸੋਜ ਪੈਦਾ ਹੁੰਦੀ ਆ ਤਾਂ ਉਹਦੇ ਨਾਲ ਕਾਫੀ ਟਾਈਪ ਦੇ ਜਿਹੜੇ ਇਨਫਲੇਮੇਟਰੀ ਪ੍ਰੋਡਕਟ ਹੈਗੇ ਆ, ਸੋਜ ਵਾਲੇ ਪ੍ਰੋਡਕਟ, ਸੈੱਲ ਹੈਗੇ ਆ, ਸਾਈਟੋਕਾਈਨਸ ਹੈਗੇ ਆ, ਹੋਰ ਕਈ ਚੀਜ਼ਾਂ ਹੈਗੀਆਂ ਆ, ਪਲੇਟਲੈਟਸ ਹੈਗੇ ਆ, ਹੋਰ ਜਿੰਨੇ ਵੀ ਸੈਲਸ ਹੁੰਦੇ ਆ ਉਹ ਸਾਰੇ ਉਹਦੇ ਨਾਲ ਇਕੱਠੇ ਹੋ ਜਾਂਦੇ ਆ ਔਰ ਇੱਕ ਪਲਾਕ ਬਣ ਜਾਂਦੀ ਹੈਗੀ ਆ। ਇੱਕ ਤਰ੍ਹਾਂ ਦਾ ਮਤਲਬ ਧੱਬਾ ਬਣ ਜਾਂਦਾ ਹੈਗਾ ਆ, ਜਿਹੜਾ ਕਿ ਆਰਟਰੀ ਨੂੰ ਬਲੌਕ ਕਰ ਦਿੰਦਾ ਹੈਗਾ ਆ। ਉਹ ਜਿਹੜੀ ਹੈਗੀ ਆ ਪਲਾਕ ਹੈਗੀ ਆ, ਉਹ ਕਾਰਨ ਬਣਦੀ ਆ ਹਾਰਟ ਅਟੈਕ ਦੀ। ਉਹ ਬੰਦ ਕਰ ਦਿੰਦੀ ਆ ਬਲੱਡ ਦੀ ਸਪਲਾਈ ਜਿਹੜੀ ਹੈਗੀ ਆ, ਉਹਦੇ ਨਾਲ ਜਿਹੜੀ ਆਰਟਰੀਜ਼ ਹੈਗੀਆਂ ਆ ਉਹ ਬਲੌਕ ਹੋ ਜਾਂਦੀਆਂ ਹੈਗੀਆਂ। ਬੇਸਿਕ ਰੂਟ ਕਾਜ਼ ਕੋਲੇਸਟ੍ਰੋਲ ਨਹੀਂ ਸੀ, ਜਿਹੜੇ ਆ ਉੱਪਰ ਦੇ ਤੁਸੀਂ ਕਾਜ਼ ਸੁਣੇ ਹੈਗੇ ਆ, ਉਹ ਕਾਜ਼ ਜਿਹੜੇ ਹੈਗੇ ਆ ਉਹ ਤੁਹਾਨੂੰ ਹਾਰਟ ਅਟੈਕ ਦਿੰਦੇ ਆ, ਕੋਲੇਸਟ੍ਰੋਲ ਨਹੀਂ ਦਿੰਦੇ। The real reason ਜਿਹੜਾ ਹੈਗਾ is not cholesterol but the bad habits ਜਿਹੜੇ ਕਿ ਫ੍ਰੀ ਰੈਡੀਕਲ ਪ੍ਰੋਡਿਊਸ ਕਰਦੇ ਹੈਗੇ ਆ। ਇਹ ਸਿਰਫ ਹਾਰਟ ਦੀਆਂ ਵੈਸਲਸ ਨੂੰ ਨਹੀਂ ਹੈ, ਤੁਹਾਡੀਆਂ ਜਿਹੜੀਆਂ ਕੈਰੋਟਿਡ ਆਰਟਰੀਜ਼ ਹੈਗੀਆਂ ਜਿਹੜੀਆਂ ਬ੍ਰੇਨ ਨੂੰ ਜਾਂਦੀਆਂ, ਸਟ੍ਰੋਕ ਵੀ ਇਸੇ ਤਰੀਕੇ ਦੇ ਨਾਲ ਹੁੰਦਾ। ਜਾਂ ਤੁਹਾਡੀਆਂ ਪੈਰੀਫਰਲ ਆਰਟਰੀ ਡਿਜ਼ੀਜ਼ ਹੈਗੀ ਆ, ਜਿਹੜੀ ਲੱਤਾਂ ਦੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਆਰਟਰੀਆਂ ਬਲੌਕ ਹੋ ਜਾਂਦੀਆਂ ਤੇ ਗੈਂਗਰੀਨ ਹੋ ਜਾਂਦੀ ਆ ਤੇ ਕੱਟਣੀਆਂ ਪੈਂਦੀਆਂ ਲੱਤਾਂ, ਉਹਨਾਂ ਦੇ ਵਿੱਚ ਵੀ ਇਹੀ ਪ੍ਰੋਸੈਸ ਹੈਗਾ ਆ। ਉਹਨਾਂ ਦੇ ਵਿੱਚ ਵੀ ਇਹੀ ਪ੍ਰੋਸੈਸ ਹੁੰਦਾ ਆ ਕਿ ਜਿਹੜੀਆਂ ਆਰਟਰੀਜ਼ ਹੈਗੀਆਂ ਉਹ ਬਲੌਕ ਹੋ ਜਾਂਦੀਆਂ ਹੈਗੀਆਂ ਆ। ਸਟ੍ਰੋਕ ਤੇ ਇਹ ਚੀਜ਼ਾਂ ਵੀ ਇਸੇ ਕਰਕੇ ਹੁੰਦੀਆਂ ਹੈਗੀਆਂ ਆ। ਸੋ ਬੇਸਿਕ ਰੂਟ ਕਾਜ਼ ਜਿਹੜਾ ਹੈ ਉਹ ਤੁਹਾਡੇ ਇਹ ਜਿਹੜੇ ਕਾਰਨ ਮੈਂ ਦੱਸੇ ਹੈ ਉਹ ਹੈ, ਨਾ ਕਿ ਹਾਰਟ ਅਟੈਕ। ਸੋ ਇਹਨੂੰ ਅਸੀਂ ਪ੍ਰੀਵੈਂਟ ਕਿੱਦਾਂ ਕਰ ਸਕਦੇ ਹੈਗੇ ਆ? ਇਹਦੇ ਲਈ ਪ੍ਰੀਵੈਂਸ਼ਨ ਦੇ ਲਈ ਕੀ ਆ ਕਿ ਰੈਗੂਲਰ ਡੋਜ਼ਸ ਆਫ ਵਿਟਾਮਿਨ ਸੀ ਜਿਹੜੀ ਆ ਉਹ ਤੁਹਾਨੂੰ ਪ੍ਰੀਵੈਂਟ ਕਰੇਗੀ ਹਾਰਟ ਅਟੈਕ ਨੂੰ। ਜਿਹੜੀ ਇਹਦੀ ਡੈਫੀਸ਼ੀਐਂਸੀ ਨਹੀਂ ਹੋਣੀ ਚਾਹੀਦੀ ਪਹਿਲਾਂ ਮੂਡ ਤੋਂ ਹੀ। ਜੇ ਡੈਫੀਸ਼ੀਐਂਸੀ ਹੋਏਗੀ ਨਹੀਂ ਤਾਂ ਜਿਹੜੀ ਕੋਲੇਸਟ੍ਰੋਲ ਦਾ ਪਲਾਸਟਰਿੰਗ ਆ ਉਹਦੀ ਲੋੜ ਨਹੀਂ ਪਏਗੀ। ਤੇ ਹੈਲਦੀ ਲਾਈਫਸਟਾਈਲ ਅਗਰ ਤੁਸੀਂ ਅਪਣਾਓਗੇ ਤਾਂ ਇਹ ਫ੍ਰੀ ਰੈਡੀਕਲ ਜਿੰਨੇ ਵੀ ਤੁਹਾਡੀ ਬੋਡੀ 'ਚ ਬਣਦੇ ਹੈਗੇ ਆ ਉਹ ਨਹੀਂ ਬਣਨਗੇ, ਔਰ ਉਹ ਕਿਸੇ ਵੀ ਚੀਜ਼ ਨੂੰ ਆਕਸੀਡਾਈਜ਼ ਨਹੀਂ ਕਰਨਗੇ। ਔਰ ਕਿਉਂਕਿ ਇਹ ਫ੍ਰੀ ਰੈਡੀਕਲ ਸਿਰਫ ਹਾਰਟ ਅਟੈਕ ਦੇ ਲਈ ਨਹੀਂ ਹੈ, ਤੁਹਾਡੇ ਗੋਡਿਆਂ ਦੇ ਲਈ ਵੀ ਹੈ। ਤੁਹਾਡੇ ਗੋਡੇ ਜੇ ਖੜੇ ਹੋ ਜਾਂਦੇ ਆ ਉੱਥੇ ਵੀ ਆਕਸੀਡੇਸ਼ਨ ਹੁੰਦੀ ਹੈਗੀ ਆ। ਤੁਹਾਡਾ ਕੋਈ ਵੀ ਜੋੜ ਜਿਹੜਾ ਹੈਗਾ ਆ ਉਹ ਨਿਕੰਮਾ ਹੋ ਜਾਂਦਾ, ਜਾਂ ਉਹਦੇ ਵਿੱਚ ਦਰਦ ਹੁੰਦਾ ਆ, ਉਹ ਵੀ ਆਕਸੀਡੇਸ਼ਨ ਹੈਗੀ ਆ। ਤੁਹਾਡਾ ਕੋਈ ਵੀ ਸਿਰ ਦਰਦ ਹੁੰਦਾ ਉਹ 'ਚ ਵੀ ਆਕਸੀਡੇਸ਼ਨ ਹੈਗੀ ਆ। ਤੁਹਾਡੀ ਕੋਈ ਵੀ ਪੇਟ ਦੀ ਬਿਮਾਰੀ ਆ ਉੱਥੇ ਵੀ ਆਕਸੀਡੇਸ਼ਨ ਹੈਗੀ ਆ। ਬੇਸਿਕ ਰੂਟ ਕਾਜ਼ ਆਫ ਐਨੀ ਡਿਜ਼ੀਜ਼ ਇਜ਼ ਆਕਸੀਡੇਸ਼ਨ। ਹਾਰਟ ਅਟੈਕ ਲਈ ਸਿਰਫ ਨਹੀਂ ਹੈ, ਤੁਹਾਡੀ ਲੰਗ ਡਿਜ਼ੀਜ਼ ਹੁੰਦੀ ਆ, ਲਿਵਰ ਡਿਜ਼ੀਜ਼ ਹੁੰਦੀ ਆ, ਕਿਡਨੀ ਡਿਜ਼ੀਜ਼ ਹੁੰਦੀ ਆ, ਸਾਰਿਆਂ ਦੇ ਵਿੱਚ ਬੇਸਿਕ ਜਿਹੜਾ ਰੂਟ ਕਾਜ਼ ਹੈ ਉਹ ਆਕਸੀਡੇਸ਼ਨ ਹੈ।